ਸਤਿ ਸ਼੍ਰੀ ਅਕਾਲ। ਪਹਿਲਾਂ ਆਪਾਂ ਸੰਖਿਆਵਾਂ ਦੇ ਬਾਰੇ ਪੜ੍ਹਿਆ ਸੀ। ਜਮਾਤ ਪੰਜਵੀਂ ਦਾ ਜੋ ਪਹਿਲਾ ਅਧਿਆਇ ਸੀ, ਉਸ ਅਧਿਆਇ ਵਿੱਚ ਆਪਾਂ 1 ਲੱਖ ਤੱਕ ਦੀਆਂ ਸੰਖਿਆਵਾਂ ਬਾਰੇ ਜਾਣਿਆ। 1 ਲੱਖ ਤੱਕ ਦੀਆਂ ਸੰਖਿਆਵਾਂ ਨੂੰ ਬੋਲਣਾ, ਲਿਖਣਾ, ਛੋਟੀ ਤੋਂ ਛੋਟੀ ਸੰਖਿਆ, ਵੱਡੀ ਤੋਂ ਵੱਡੀ ਸੰਖਿਆ, ਸਾਰੀਆਂ ਸੰਖਿਆਵਾਂ ਬਾਰੇ ਆਪਾਂ ਜਾਣਕਾਰੀ ਲਈ। ਕੁਝ ਗਤੀਵਿਧੀਆਂ ਵੀ ਕੀਤੀਆਂ ਜਿਸ ਨਾਲ ਸਾਨੂੰ ਇਹ ਜਾਣ ਪਛਾਣ ਕਰਨੀ ਸੌਖੀ ਹੋਈ। ਦੋਸਤੋ, ਹੁਣ ਆਪਾਂ ਪਹਿਲੇ ਪਾਠ ਦੇ ਵਿੱਚ 1.2 ਜੋ ਉਦਾਹਰਨ ਹੈ, ਜੋ ਤੁਹਾਡੀ ਬੁੱਕ ਵਿੱਚ ਸਾਰਿਆਂ ਦੇ ਹੈ, 5 ਨੰਬਰ ਪੇਜ ਤੇ ਆਪਾਂ ਇਹ ਦੇਖਾਂਗੇ। ਦੋਸਤੋ, ਇਹ ਉਦਾਹਰਨ ਦੇ ਵਿੱਚ ਵੱਡੀਆਂ ਸੰਖਿਆਵਾਂ ਨਾਲ ਜਾਣ ਪਹਿਚਾਣ ਕਿਸ ਤਰ੍ਹਾਂ ਹੋ ਸਕਦੀ ਹੈ। ਜਾਣ ਪਹਿਚਾਣ ਲਈ ਅਸੀਂ ਇੱਕ ਵਿਧੀ ਦਾ ਉਪਯੋਗ ਕਰਦੇ ਹਾਂ। ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਹੈ, ਜਾਂ ਤੁਹਾਡੀ ਕਲੋਨੀ ਦੀ ਆਬਾਦੀ ਕਿੰਨੀ ਹੋਵੇਗੀ? ਵੱਧ ਤੋਂ ਵੱਧ 1000, 2000, 5000, 500, ਛੋਟੇ ਪਿੰਡਾਂ ਦੀ 500। ਪਰ ਜਦੋਂ ਆਪਾਂ ਇੱਕ ਜ਼ਿਲ੍ਹੇ ਦੀ ਆਬਾਦੀ ਦੀ ਗੱਲ ਕਰਦੇ ਹਾਂ, ਜਾਂ ਇੱਕ ਸ਼ਹਿਰ ਦੀ, ਜਾਂ ਇੱਕ ਦੇਸ਼ ਦੀ ਆਬਾਦੀ ਦੀ ਗੱਲ ਕਰਦੇ ਹਾਂ, ਤਾਂ ਉਹ ਕਿੰਨੀ ਹੋਵੇਗੀ? ਉਹ ਲੱਖਾਂ ਜਾਂ ਕਰੋੜਾਂ ਦੇ ਵਿੱਚ ਹੋਵੇਗੀ। ਤਾਂ ਭਲੀ ਭਾਂਤੀ ਹੀ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਤਾਂ ਗੱਲ ਹੁੰਦੀ ਹੈ ਇੱਕ ਛੋਟੀ ਚੀਜ਼ ਦੀ, ਛੋਟੀ ਜਗ੍ਹਾ ਦੀ, ਜਦੋਂ ਪਿੰਡ ਦੀ ਗੱਲ ਹੁੰਦੀ ਹੈ, ਤਾਂ ਪਿੰਡ ਦੀ ਗੱਲ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਕਿ ਸੰਖਿਆ ਜੋ ਆਵੇਗੀ ਉਹ ਛੋਟੀ ਆਵੇਗੀ। ਜਦੋਂ ਗੱਲ ਹੋਵੇਗੀ ਇੱਕ ਜ਼ਿਲ੍ਹੇ ਦੀ, ਸੰਖਿਆ ਕੀ ਆਵੇਗੀ? ਉਸ ਤੋਂ ਵੱਡੀ ਆਵੇਗੀ। ਕਿਉਂ? ਕਿਉਂਕਿ ਜ਼ਿਲ੍ਹੇ ਦੀ ਇਕਾਈ ਪਿੰਡ ਦੀ ਇਕਾਈ ਨਾਲੋਂ ਵੱਡੀ ਹੈ। ਇਸੇ ਤਰ੍ਹਾਂ ਹੀ ਸ਼ਹਿਰ ਦੀ ਇਕਾਈ ਜੋ ਹੈ ਉਹ ਪਿੰਡ ਦੀ ਇਕਾਈ ਨਾਲੋਂ ਵੀ ਵੱਡੀ ਹੈ, ਤੇ ਜਿਹੜੀ ਇੱਕ ਦੇਸ਼ ਦੀ ਇਕਾਈ ਹੈ ਉਹ ਪਿੰਡ, ਸ਼ਹਿਰ ਤੇ ਜ਼ਿਲ੍ਹੇ ਦੀ ਇਕਾਈ ਤੋਂ ਵੱਡੀ ਹੈ। ਇਸ ਲਈ ਸਾਨੂੰ ਇਕਾਈਆਂ ਦੇ ਹਿਸਾਬ ਨਾਲ ਇਹ ਪਤਾ ਲੱਗਦਾ ਹੈ ਕਿ ਇਹਨਾਂ ਦੀ ਜਨਸੰਖਿਆ ਜੋ ਸਾਨੂੰ ਇੱਕ ਸੰਖਿਆ ਦੇ ਰੂਪ ਵਿੱਚ ਆਊਗੀ, ਜਨ ਦੀ ਸੰਖਿਆ ਉਸ ਰੂਪ ਵਿੱਚ ਆਏਗੀ, ਪੋਪੂਲੇਸ਼ਨ, ਤਾਂ ਉਹ ਵੱਡੀ ਆਏਗੀ ਤੇ ਕਿਸ ਦੀ? ਛੋਟੀ ਆਏਗੀ। ਸੋ ਆਪਾਂ ਦੇਖਦੇ ਹਾਂ। ਸੰਖਿਆਵਾਂ ਨੂੰ ਪੜ੍ਹਨਾ ਤੇ ਲਿਖਣਾ। ਹੁਣ ਆਪਾਂ ਇੱਕ ਗਿਣਤਾਰਾ ਹੁੰਦਾ ਹੈ, ਗਿਣਤਾਰਾ। ਜੇ ਤੁਸੀਂ ਇਹ ਰੰਗ ਬਰੰਗੀ ਤਸਵੀਰ ਦੇਖ ਰਹੇ ਹੋ, ਇਸ ਨੂੰ ਪੰਜਾਬੀ ਦੇ ਵਿੱਚ ਗਿਣਤਾਰਾ ਤੇ ਅੰਗਰੇਜ਼ੀ ਦੇ ਵਿੱਚ ਐਬੈਕਸ ਕਹਿੰਦੇ ਹਨ। ਇਹ ਕਈ ਦੇਸ਼ਾਂ ਦੇ ਵਿੱਚ ਇਸ ਨਾਲ ਵੱਡੀਆਂ ਸੰਖਿਆਵਾਂ ਨੂੰ ਜੋੜ ਕਰਨਾ ਤੇ ਸੰਖਿਆਵਾਂ ਨੂੰ ਘਟਾਓ ਕਰਨਾ, ਬਹੁਤ ਚੀਜ਼ਾਂ ਇਸ ਦੇ ਰਾਹੀਂ ਸਾਨੂੰ ਦੱਸੀਆਂ ਜਾਂਦੀਆਂ। ਸੋ ਆਪਾਂ ਇਸ ਦੇ ਰਾਹੀਂ ਵੀ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਗਿਣਤ ਤਾਰੇ ਰਾਹੀਂ, ਇਸ ਨੂੰ ਗਿਣਤਾਰਾ ਬੋਲਦੇ ਹਨ। ਗਿਣਤਾਰਾ ਇੰਗਲਿਸ਼ 'ਚ ਕੀ ਕਹਿੰਦੇ ਹਨ? ਐਬੈਕਸ। ਇਹ ਤੁਸੀਂ ਯਾਦ ਰੱਖਣਾ ਹੈ, ਕਿਉਂਕਿ ਕਈ ਵਾਰ ਵੱਡੀਆਂ ਜਮਾਤਾਂ ਦੇ ਵਿੱਚ ਇਸ ਦਾ ਜੋ ਕੁਐਸਚਨ ਹੈ ਉਹ ਆ ਜਾਂਦਾ ਹੈ ਕਿ ਉਸ ਨੂੰ ਪੰਜਾਬੀ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ। ਦੇਖੋ, ਗਿਣਤਾਰੇ ਦੇ ਵਿੱਚ ਰੰਗ ਬਰੰਗੀਆਂ ਇੱਥੇ ਤਸਵੀਰਾਂ ਤੁਸੀਂ ਦੇਖ ਰਹੇ ਹੋ। ਸਭ ਤੋਂ ਪਹਿਲਾਂ ਲਿਖਿਆ ਹੋਇਆ ਹੈ ਇਕਾਈ, 1, ਦਹਾਈ यानी कि 10, सैकड़ा यानी कि 100, हजार यानी कि 1000, 10,000 यानी कि 10,000, 1 ਲੱਖ, ਲੱਖ ਚਾਹੇ 1 ਲੱਖ ਇੱਕੋ ਹੀ ਮਤਲਬ ਹੈ। 1 ਲੱਖ ਦੇ ਵਿੱਚ 0 ਹਨ 5। 10 ਲੱਖ, 10 ਫਿਰ ਲੱਖ, ਲੱਖ ਵਿੱਚ ਕਿੰਨੀਆਂ 0 ਸਨ? 5। ਤਾਂ ਸਾਨੂੰ ਪਤਾ ਲੱਗਦਾ ਹੈ ਗਿਣਤਾਰੇ ਦੇ ਵਿੱਚ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ ਅੱਗੇ ਤੱਕ ਇਹ ਵੈਲਿਊ ਹੁੰਦੀ। ਸੋ ਇਹਦੇ ਵਿੱਚ ਨੀਚੇ ਤੁਹਾਨੂੰ ਕਈ ਗੇਂਦਾਂ ਨਜ਼ਰ ਆ ਰਹੀਆਂ ਹਨ। ਪਹਿਲੇ ਦੇ ਵਿੱਚ ਕਿੰਨੀਆਂ ਗੇਂਦਾਂ ਨਜ਼ਰ ਆ ਰਹੀਆਂ ਹਨ? 1, 2, 3, 4, 5, 6, 7, 8, 9। ਇਸੇ ਤਰ੍ਹਾਂ ਦੂਸਰੇ ਦੇ ਵਿੱਚ ਵੀ 9, ਤੀਸਰੇ ਦੇ ਵਿੱਚ ਵੀ 9 ਅਤੇ ਚੌਥੇ ਦੇ ਵਿੱਚ ਵੀ 9। ਹੁਣ ਗਿਣਤਾਰੇ ਦੇਖੋ, ਆਪਾਂ ਪਹਿਲਾਂ ਪੜ੍ਹ ਲਈਏ।
पिछली जमात विच करवाई गई क्रिया विच बच्चे ने इन्ना सिੱਖਿਆ गणतारे दी हुण असीं बच्चे नूं एक होर मोती बीड़ दे के उसनूं इस गणतारे उपर शामिल करन लई कहांगे। सो ਇਹ ਤੁਹਾਡੀ किताब विच लिखिਆ होया बट बहुत आसान है ਇਹਨੂੰ बड़ी आसानी नाल आपां सिੱਖ सकदे हां। सो बिल्कुल इकाई दे थल्ले देखो किन्नियां जीरो हन, किन्ने गेंदा हन 9, दहाई दे थल्ले 9, सैकड़े दे थल्ले 9 ते हजार दे थल्ले 9। सो आपां ਇਹਦੇ ਵਿੱਚ देख रहे हां कि देखो 9000 ਆਪਾਂ ਇੱਥੇ ਤੁਹਾਡੇ ਸਾਹਮਣੇ ਦੇਖਦੇ ਹਾਂ 9 गेंदा ਦੇ ਉੱਪਰ 1000 यानी कि 9000। फिर सैकड़ा, सैकड़े ਦੇ ਥੱਲੇ ਕਿੰਨੀਆਂ गेंदा ਹਨ 9 यानी 900, सैकड़ा 100। दहाई यानी 10, इकाई यानी कि कला 9। सारे ਦਾ टोटल जो अपने ਕੋਲੇ ਬਣਦਾ है सो इस तरह सानू पता लग्या कि एक गिणतारे की सहायता नाल आपां रकम नू किस तरह लिख सकते हैं, एक संख्या नू किस तरह लिख सकते हैं। जिस इकाई दे थल्ले जिन्नी गेंदा आउंदियां हन उस गणतारे दियां, जिन्नियां बॉलां उस गणतारे दियां आउंदियां हन जां मोती कह सकते हैं आपां उसनू, जिन्ने मोती उस इकाई दे थल्ले आउंदे हन आपां उस इकाई दे नाल ओने नंबर लिख देना है। यह इसका स्थानिक अंक मुल है 9, इसका अंक मुल है। फिर इसका जो स्थानिक मुल है वह इकाई। अगे आपां इस बारे पढ़ांगे। सो इस तो बाद आपां देखते हाँ अगला सवाल देखो, इस विच केवल एक ही गेंद है जां मोती है जो 10,000 के नीचे है। ਤਾਂ 10 ਜੇ ਤਾਂ ਇੱਕ ਮੋਤੀ ਹੈ ਤਾਂ ਇੱਕ ਪਾ ਕੇ ਅੱਗੇ ਕੋਈ ਗੇਂਦ ਜਾਂ ਮੋਤੀ ਸਾਡੇ ਕੋਲ ਨਹੀਂ ਹੈ ਤਾਂ ਸਾਰਿਆਂ ਦੇ ਅੱਗੇ ਕੀ ਆਏਗਾ 0। ਤਾਂ ਇਹ ਰਕਮ ਬਣਦੀ ਹੈ 10,000। ਇਸ ਗਤੀਵਿਧੀ ਨਾਲ ਹੀ ਅਸੀਂ ਅਗਲੀਆਂ ਪ੍ਰਕਿਰਿਆਵਾਂ ਸੰਖਿਆਵਾਂ ਜਾਣਨ ਲਈ ਬੱਚਿਆਂ ਨੂੰ ਆਪਾਂ ਤੁਹਾਨੂੰ ਦੱਸ ਰਹੇ ਹਾਂ। ਇਸ ਵਿੱਚ ਵੀ ਇਸੇ ਤਰ੍ਹਾਂ ਹੀ ਜਿਸ ਇਕਾਈ ਦੇ ਥੱਲੇ ਜਿੰਨੀਆਂ ਗੇਂਦਾਂ ਹਨ ਉਨੀਆਂ ਗੇਂਦਾਂ ਦੇ ਨਾਲ ਆਪਾਂ इकाई नू लिख देना है। देखो पहला आप लिखते हाँ 10,000। 10,000 जे 10,000 वाली इकाई दे विच रकम 10 तो घट है, जिन्नियां गेंदा हन पहला तो उन्नियां ही लिखनियां, उस तो बाद जिन्नियां रकमां हन जिन्ने इकाइयां उस तो बाद आउंदियां हन उन्नियां आपां ने 0 ला लेनियां हन। किन्नियां इकाइयां आउंदियां हन 1000 वाली इकाई, सैकड़े वाली, दहाई वाली, इकाई वाली, यानी कि 4 इकाइयां। इकाई, दहाई, सैकड़ा, 10,000, इकाई, दहाई, सैकड़ा, 1000 ते 10,000। दोबारा देखते हैं इकाई, दहाई, सैकड़ा, 1000 ते 10,000। ਤਾਂ ਹੁਣ 10,000 ਦੇ ਥੱਲੇ 9 मोती हैं तो आप 9 तो बाद 4 जीरो लिखते हैं। फिर 1000 के नीचे भी किन्ने मोती हैं 9, तो इस दे नाल भी आप 3 जीरो लगा देने हाँ क्योंकि इस तो बाद 3 इकाइयां बचदियां हैं। फिर सैकड़े के नीचे भी किन्ने मोती हैं 9, तो 9 के नाल भी सैकड़ा लगा देने। दहाई के नाल भी 9 मोती हैं तो दहाई के नाल भी आप इसनूं इसी तरह ही 9 नंबर लिख के उस नाल एक 0 लगा देनी। इकाई जो कला एक हुंदा है इस नाल कोई 0 नहीं हुंदी, जिन्ना रकम जिन्ने मोती हैं उन्ना लिख लेना आपां लिख लैंदे हां। हुण सारे दा टोटल जदों आपां देखदे हां तां इस तरह इत्थे नीचे आउंदा है 9, इन्हां दा टोटल आउंदा है 9, इन्हां दा भी 9 9 ते 9
ਬੜੀ ਹੀ ਆਸਾਨੀ ਨਾਲ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਗਿਣਤਾਰੇ ਜਾਂ ਐਬੈਕਸ ਦੀ ਸਹਾਇਤਾ ਨਾਲ ਆਪਾਂ ਨੇ ਰਕਮਾਂ ਨੂੰ ਸਾਰੇ ਅੰਕਾਂ ਨੂੰ ਸੰਖਿਆ ਦੇ ਵਿੱਚ ਇੱਕ ਇੱਕ ਅੰਕ ਨੂੰ ਜੋੜ ਕੇ ਸੰਖਿਆ ਦੇ ਵਿੱਚ ਲਿਖਣਾ ਸਿੱਖਿਆ। ਹੁਣ ਸੰਖਿਆ ਦਾ ਅਗਲਾ ਅੰਕ ਤੇ ਪਿਛਲਾ ਅੰਕ ਲਿਖਣਾ ਵੀ ਬੜਾ ਆਸਾਨ ਹੋ ਜਾਂਦਾ ਹੈ। ਕਿਸ ਤਰ੍ਹਾਂ, ਮੈਂ ਤੁਹਾਨੂੰ ਇੱਕ ਰਕਮ ਲਿਖ ਕੇ ਦਿਖਾਉਣਾ ਹਾਂ। ਜਿਸ ਤਰ੍ਹਾਂ ਨੀਚੇ ਲਿਖਿਆ ਹੋਇਆ ਹੈ, ਦੇਖੋ 99 99 ਦੇ ਨਾਲ ਜਦੋਂ ਇੱਕ ਜੋੜਾਂਗੇ ਯਾਨੀ ਇੱਕ ਅਗੇਤਰ ਤੇ ਪਿਛੇਤਰ ਜੋ ਹੈ ਉਹ ਬੜਾ ਹੀ ਆਸਾਨ ਹੁੰਦਾ ਹੈ। ਇਸ ਤਰ੍ਹਾਂ ਦੇ ਸਵਾਲ ਤੁਹਾਨੂੰ ਬੜੇ ਦੋ ਨੰਬਰ ਦੇ ਵਿੱਚ ਬਹੁਤ ਸਵਾਲ ਆਉਂਦੇ ਹਨ ਜੋ ਕਿ ਆਪਾਂ ਨੂੰ ਨੰਬਰ ਫ੍ਰੀ ਦੇ ਨੰਬਰ ਦੇ ਕੇ ਜਾਂਦੇ ਹਨ। ਹੁਣ ਜੇ ਆਪਾਂ ਗੱਲ ਕਰੀਏ 99 ਦਾ ਅਗੇਤਰ ਅਤੇ ਪਿਛੇਤਰ, ਸੋ ਪਿਛੇਤਰ ਜਿਸ ਤਰ੍ਹਾਂ ਲਿਖਣ ਦੇ ਵਿੱਚ ਹੀ ਪਤਾ ਲੱਗਦਾ ਹੈ ਉਸ ਤੋਂ ਇੱਕ ਪਿੱਛੇ ਵਾਲੀ ਰਕਮ, ਅਗੇਤਰ ਲਿਖੇ ਤੇ ਹੀ ਪਤਾ ਲੱਗਦਾ ਹੈ ਉਸ ਤੋਂ ਅੱਗੇ ਵਾਲੀ ਰਕਮ। ਤਾਂ ਅੱਗੇ ਵਾਲੀ ਰਕਮ 99 ਦੇ ਨਾਲ ਇੱਕ ਜੋੜ ਕੇ ਕੀ ਬਣ ਜਾਂਦੀ ਹੈ 100। ਇਸੇ ਤਰ੍ਹਾਂ ਹੀ 99 ਤੋਂ ਇੱਕ ਘਟਾ ਕੇ ਰਕਮ ਬਣ ਜਾਂਦੀ ਹੈ 98। ਤਾਂ ਜੇ ਆਪਾਂ ਨੂੰ ਪ੍ਰਸ਼ਨ ਆਉਂਦਾ ਹੈ 99 ਦਾ ਅਗੇਤਰ ਅਤੇ ਪਿਛੇਤਰ ਲਿਖੋ ਤਾਂ ਆਪਾਂ ਉੱਤਰ ਇਸ ਤਰ੍ਹਾਂ ਸਵਾਲ ਹੱਲ ਕਰਕੇ ਉੱਤਰ ਲਿਖਣਾ ਹੈ 100 ਅਤੇ 98। 98 ਇੰਗਲਿਸ਼ ਦੇ ਵਿੱਚ ਵੀ ਸ਼ਬਦਾਂ ਨੂੰ ਬੋਲਣਾ ਸਿੱਖਣਾ ਚਾਹੀਦਾ ਹੈ 98। ਸੋ ਇਸੇ ਤਰ੍ਹਾਂ ਹੀ ਆਪਣੀ ਕਿਤਾਬ ਦੇ ਵਿੱਚ ਵੀ ਪ੍ਰਸ਼ਨ ਹੱਲ ਕੀਤੇ ਹਨ। 9 + 1 10, 99 + 1 100, 999 + 1 1000, 9999 + 1 10000। ਇਸੇ ਤਰ੍ਹਾਂ ਹੀ ਸਾਰੇ ਸਵਾਲ ਜੋ ਹਨ ਅਗੇਤਰ ਦੇ ਆਪਾਂ ਨੂੰ ਇੱਕ ਇੱਕ ਜੋੜ ਕੇ ਦਿੱਤੇ ਗਏ ਹਨ। ਸੋ ਕਰੰਸੀ ਨੋਟਾਂ ਅੱਜ ਕੱਲ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਕਈ ਵਾਰ ਪਿੰਡਾਂ ਦੇ ਵਿੱਚ ਬੱਚਿਆਂ ਤੋਂ ਉਹਨਾਂ ਦੇ ਮਾਪੇ ਹਿਸਾਬ ਕਿਤਾਬ ਲਗਾਉਂਦੇ ਹਨ ਜਿਨ੍ਹਾਂ ਦੇ ਮਾਪੇ ਨਹੀਂ ਪੜ੍ਹੇ ਹੁੰਦੇ, ਤਾਂ ਨੋਟਾਂ ਦੀ ਜਾਣ ਪਛਾਣ ਵੀ ਸਾਨੂੰ ਜ਼ਰੂਰੀ ਹੋ ਜਾਂਦੀ ਹੈ। ਨੋਟਾਂ ਦੀ ਜਾਣ ਪਛਾਣ ਇਸ ਲਈ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਜੇ ਨੋਟ ਘਟਦਾ ਜਾਂ ਵੱਧਦਾ ਹੈ ਤਾਂ ਆਪਾਂ ਨੂੰ ਨੁਕਸਾਨ ਹੋ ਜਾਂਦਾ ਹੈ। ਹੁਣ ਨੋਟ ਆਪਣੇ ਕੋਲ ਕਿੰਨੇ ਦੇ ਨੋਟ ਅੱਜ ਕੱਲ ਆਪਣੇ ਕੋਲੇ ਹਨ। ਸਰਕਾਰ ਵੱਲੋਂ 2000 ਦਾ ਨੋਟ, 500 ਦਾ ਨੋਟ, 100 ਦਾ ਨੋਟ, 50 ਦਾ ਨੋਟ, 20, 10 ਅਤੇ 5। ਬਾਕੀ ਸਿੱਕੇ ਹਨ, ਸਿੱਕਿਆਂ ਦੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ। ਹੁਣ ਤੁਸੀਂ ਦੇਖੋ ਵੀ ਇਹ ਨੋਟ ਜੋ ਹਨ ਸਾਡੇ ਕੋਲੇ ਅੱਜ ਦੀ ਡੇਟ ਦੇ ਵਿੱਚ ਸਰਕਾਰ ਵੱਲੋਂ ਸਾਨੂੰ ਮੁਹੱਈਆ ਕਰਵਾਏ ਗਏ ਹਨ। ਸੋ ਨੋਟਾਂ ਕਰੰਸੀ ਯਾਨੀ ਕਿ ਨੋਟ, ਕਰੰਸੀ ਨੋਟ, ਇਸ ਦੀ ਸਹਾਇਤਾ ਨਾਲ ਆਪਾਂ ਕਿਸ ਤਰ੍ਹਾਂ ਸਿੱਖਾਂਗੇ। ਹੁਣ ਮੰਨ ਲਓ ਆਪਾਂ ਨੇ ਰਕਮ ਬਣਾਉਣੀ ਹੈ 2050 ਰੁਪਏ। ਆਪਾਂ ਨੇ ਰਕਮ ਬਣਾਉਣੀ ਹੈ 2050 ਰੁਪਏ। ਮੈਂ ਤੁਹਾਨੂੰ ਜੋ ਤੁਹਾਡੀ ਪੁਸਤਕ ਦੇ ਵਿੱਚ ਸਵਾਲ ਹੈ ਉਹ ਬਾਅਦ ਦੇ ਵਿੱਚ ਦੱਸਾਂਗੇ। ਪਹਿਲਾਂ ਤੁਹਾਨੂੰ ਆਪਾਂ ਇੱਕ ਸੌਖਾ ਸਵਾਲ ਦੱਸਦੇ ਹਾਂ 2050। ਤਾਂ 2050 ਬਣਾਉਣ ਲਈ ਆਪਾਂ ਨੂੰ ਮੈਂ ਕਿਹੜੇ ਨੋਟ ਆਪਾਂ ਵਰਤ ਸਕਦੇ ਹਾਂ। ਆਪਾਂ ਬਹੁਤ ਸਾਰੇ ਨੋਟ ਵਰਤ ਸਕਦੇ ਹਾਂ। ਚਲੋ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਪਹਿਲਾਂ 2000 ਤੇ 50 ਦਾ ਨੋਟ ਹੀ ਵਰਤਣਾ ਹੈ। 2000 ਦਾ ਨੋਟ ਅਤੇ 50 ਦਾ ਨੋਟ ਤੇ ਕਿਸ ਤਰ੍ਹਾਂ ਹੋਊਗਾ, ਇੱਕ ਨੋਟ 2000 ਦਾ ਹੋ ਸਕਦਾ ਹੈ ਯਾਨੀ ਕਿ 2000 ਗੁਣਾ 1 2000 ਅਤੇ 50 ਗੁਣਾ 1 50। ਤਾਂ ਇਸ ਤਰ੍ਹਾਂ ਜਦੋਂ ਆਪਾਂ ਨੂੰ ਪਤਾ ਲੱਗਦਾ ਹੈ 2050 ਰੁਪਏ ਜੇ ਆਪਾਂ ਨੇ ਜਮ੍ਹਾਂ ਕਰਾਉਣੇ ਹਨ ਤਾਂ ਆਪਾਂ ਬੈਂਕ ਦੀ ਰਸੀਦ ਉੱਤੇ ਕਿਸ ਤਰ੍ਹਾਂ ਲਿਖਾਂਗੇ 2000 ਗੁਣਾ 1 ਬਰਾਬਰ ਹੈ 2000, 50 ਗੁਣਾ 1 ਬਰਾਬਰ ਹੈ 50। ਤਾਂ ਦੋਹਾਂ ਦਾ ਜੋ ਜੋੜ ਬਣਦਾ ਹੈ ਉਹ ਕਿੰਨਾ ਬਣਦਾ ਹੈ 2050। ਇਸੇ ਤਰ੍ਹਾਂ ਹੀ ਆਪਾਂ ਬਾਕੀ ਜੋ ਸਾਡੇ ਕਿਸੇ ਵੀ ਰਕਮ ਨੂੰ ਆਪਾਂ ਜਦੋਂ ਜੋੜਨਾ ਹੈ, ਕਿਸੇ ਵੀ ਰਕਮ ਨੂੰ ਲਿਖਣਾ ਹੈ ਤਾਂ ਆਪਾਂ ਨੋਟਾਂ ਦੀ ਸਹਾਇਤਾ ਨਾਲ ਜਿੰਨੇ ਵੀ ਰਕਮ ਆਪਾਂ ਨੇ ਜਮ੍ਹਾਂ ਕਰਾਉਣੀ ਹੈ ਉਹ ਲਿਖ ਸਕਦੇ ਹਾਂ। ਕਿਸ ਤਰ੍ਹਾਂ ਲਿਖਦੇ, ਇੱਕ ਦਾ ਨੋਟ ਵੀ ਆਪਣੇ ਕੋਲ ਅਵੇਲੇਬਲ ਹੈ, ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ, 1 ਰੁਪਏ ਦਾ। ਠੀਕ ਹੈ,
ਹੁਣ ਆਪਾਂ ਨੇ ਹੁਣ ਜਿਹੜਾ ਮੈਂ ਤੁਹਾਨੂੰ ਇੱਕ ਹੋਰ ਸਵਾਲ ਦੱਸਦਾ। ਆਪਾਂ ਨੇ ਮੰਨ ਲਓ ਤੁਹਾਡੇ ਕਿਤਾਬ ਦੇ ਵਿੱਚ ਜੋ ਸਵਾਲ ਹੈ ਉਹੀ ਆਪਾਂ ਹੱਲ ਕਰਕੇ ਦੱਸਦੇ ਹਾਂ। ਇੱਥੇ ਲਿਖਿਆ ਹੈ 21,132 ਰੁਪਏ। 21,132 21,132 ਰੁਪਏ ਦੇ ਵਿੱਚ ਆਪਾਂ ਕਿਸ ਤਰ੍ਹਾਂ ਨੋਟ ਬਣਾਵਾਂਗੇ? ਦੇਖੋ, ਜੋ ਤਸਵੀਰ ਵਿੱਚ ਬਣਾਏ ਹਨ ਮੈਂ ਤੁਹਾਨੂੰ ਉਸ ਹਿਸਾਬ ਨਾਲ ਹੀ ਦੱਸਦਾ ਹਾਂ, ਕਿਉਂਕਿ ਇਸ ਨਾਲ ਘੱਟ ਤੋਂ ਘੱਟ ਨੋਟ ਜੋ ਹਨ ਤਸਵੀਰ ਦੇ ਵਿੱਚ ਦਿੱਤੇ ਗਏ ਹਨ। ਇਸ ਨੂੰ ਆਪਾਂ ਹੋਰ ਤਰੀਕੇ ਨਾਲ ਵੀ ਬਣਾ ਸਕਦੇ ਹਾਂ, ਪਰ ਮੈਂ ਤੁਹਾਨੂੰ ਜਿਸ ਤਰ੍ਹਾਂ ਤਸਵੀਰ ਦੇ ਵਿੱਚ ਦੱਸਿਆ ਹੈ ਉਸ ਤਰ੍ਹਾਂ ਸਮਝਾਉਣਾ। ਤੁਸੀਂ ਤਸਵੀਰ ਦੇ ਵਿੱਚ 2000 ਦੇ ਨੋਟ ਗਿਣੋ। 1 2 3 4 5 6 7 8 9 10, यानी कि 2000 ਦੇ ਕਿੰਨੇ ਨੋਟ ਹਨ? 10। 2000 ਦੇ 10 ਨੋਟ ਹੋਣ ਨਾਲ ਇਹ ਕਿੰਨਾ ਬਣਦਾ ਹੈ? 20,000। ਕਿੰਨਾ ਬਣਦਾ ਹੈ? 20,000। ਤਾਂ 20,000 ਹੁਣ ਅਸੀਂ ਬਣਾਉਣਾ ਹੈ 21,132 ਰੁਪਏ। ਤਾਂ ਅਸੀਂ ਹੁਣ ਸਾਡੇ ਕੋਲੇ ਕਿੰਨਾ ਬਚਦਾ ਹੈ? 1,132 ਰੁਪਏ ਹੋਰ ਬਚਦੇ ਹਨ। ਹੁਣ ਆਪਾਂ 500 ਦੇ 2 ਨੋਟ ਬਣਾਵਾਂਗੇ, 2 ਨੋਟ ਲਿਖਾਂਗੇ। ਜੋ ਰਕਮ ਬਣਦੀ ਹੈ 1000। ਹੁਣ ਸਾਡੇ ਕੋਲ ਕਿੰਨਾ ਰਕਮ ਹੋ ਗਈ ਹੈ? 20,000 ਤੇ 1000 ਕਿੰਨਾ ਹੋ ਗਿਆ? 21,000। ਬਣਾਉਣੀ ਕਿੰਨੀ ਹੈ? 21,132। यानी ਸਾਡੇ ਕੋਲੇ ਕਿੰਨੀ ਰਕਮ ਘੱਟ ਹੈ? 132 ਰੁਪਏ। 132। ਤਾਂ ਆਪਾਂ 100 ਰੁਪਏ ਇਸ ਵਿੱਚ ਹੋਰ ਪਾਉਣੇ। 100 ਰੁਪਏ ਪਾਉਣ ਲਈ 100 ਦਾ ਕਿੰਨੇ ਨੋਟ ਪਾਉਣੇ ਪੈਣਗੇ? 1। ਕਿੰਨਾ? 1। ਹੁਣ 100 ਰੁਪਏ ਵੀ ਸਾਡੇ ਕੋਲੇ ਆ ਗਿਆ। ਹੁਣ 32 ਰੁਪਏ ਹੋਰ ਘਟ ਰਹੇ ਹਨ। 20,000 ਹੋ ਗਿਆ, 1000 ਹੋ ਗਿਆ, 100 ਹੋ ਗਿਆ, यानी 21,100 ਰੁਪਏ ਸਾਡੇ ਕੋਲੇ ਹੋ ਗਏ ਹਨ। ਕਿੰਨੇ ਪੈਸੇ ਆਪਣੇ ਕੋਲੇ ਘਟਦੇ ਹਨ? 21,132 ਚੋਂ ਸਾਡੇ ਕੋਲੇ ਹੋ ਗਏ ਹਨ 21,100। ਤਾਂ ਕੁੱਲ ਕਿੰਨੇ ਪੈਸੇ ਘਟੇ ਆਪਣੇ ਕੋਲ? 32 ਰੁਪਏ। ਕਿੰਨੇ ਪੈਸੇ ਘਟੇ? 32 ਰੁਪਏ। ਤਾਂ 32 ਰੁਪਏ ਲਈ ਅਸੀਂ ਹੁਣ ਕੀ ਕਰਾਂਗੇ? 10 ਦੇ ਸਭ ਤੋਂ ਪਹਿਲਾਂ ਤਾਂ ਆਪਾਂ 3 ਨੋਟ ਲਵਾਂਗੇ। 10 ਦੇ 3 ਨੋਟ ਲਵਾਂਗੇ। 10 ਦੇ 3 ਨੋਟ ਲੈਣ ਨਾਲ ਕੀ ਹੋਇਆ? 30 ਰੁਪਏ ਸਾਡੇ ਕੋਲੇ ਆ ਤੇ 2 ਰੁਪਏ ਅਸੀਂ ਲਾਵਾਂਗੇ 1 ਦੇ 2 ਨੋਟ। ਸੋ ਇਸ ਤਰ੍ਹਾਂ ਅਸੀਂ ਦੇਖਿਆ ਕਿ ਸਾਡੇ ਕੋਲੇ ਦੇਖੋ 2000 ਦੇ 10 ਨੋਟ, 500 ਦੇ 2 ਨੋਟ, 100 ਦਾ 1, 10 ਦੇ 3 ਅਤੇ 1 ਦੇ 2। ਬੜੇ ਹੀ ਆਸਾਨੀ ਨਾਲ ਇਹ ਜਿਹੜਾ ਅਗਲਾ ਸਵਾਲ ਹੈ 11,313 ਰੁਪਏ, ਇਹ ਤੁਸੀਂ ਘਰੇ ਨੋਟ ਲੈ ਕੇ ਕੋਸ਼ਿਸ਼ ਕਰਨੀ ਹੈ ਵੀ ਜੋੜ ਜੋ ਹੈ ਤੁਹਾਡਾ ਇਹ ਬਣ ਸਕੇ। ਜਾਂ ਜੇ ਤੁਹਾਡੇ ਕੋਲ ਨੋਟ ਜ਼ਿਆਦਾ ਹਨ ਜਾਂ ਘੱਟ ਹਨ, ਉਸ ਹਿਸਾਬ ਨਾਲ ਤੁਸੀਂ ਇੱਕ ਰਕਮ ਲਿਖ ਕੇ ਤੁਸੀਂ ਉਹਨਾਂ ਦਾ ਕਰੰਸੀ ਨਾਲ ਉਹਨਾਂ ਦਾ ਜੋੜ ਕਰਕੇ ਦੇਖ ਸਕਦੇ ਹੋ। ਠੀਕ ਹੈ। ਸੋ ਇਸ ਦੇ ਵਿੱਚ ਕਰੰਸੀ ਨਾਲ ਸਮਝਾਉਣ ਦਾ ਤਰੀਕਾ ਇਸ ਲਈ ਇਸ ਕਿਤਾਬ ਵਿੱਚ ਦਿੱਤਾ ਗਿਆ ਹੈ ਕਿਉਂਕਿ ਕਰੰਸੀ ਨੂੰ ਆਪਾਂ ਇਸ ਵਿੱਚ ਯੂਜ਼ ਕਰਦੇ ਰਹਿੰਦੇ ਹਾਂ। ਸੋ ਆਪਾਂ ਇਸ ਨੂੰ ਸਾਫ਼ ਕਰ ਦਿੰਦੇ ਹਾਂ। ਸੋ ਕਰੰਸੀ ਨਾਲ ਸਿੱਖਣ ਨਾਲ ਸਾਨੂੰ ਇਹ ਹੁੰਦਾ ਹੈ ਵੀ ਆਪਾਂ ਇਸ ਨੂੰ ਰੋਜ਼ ਵਰਤੋਂ ਵਿੱਚ ਆਉਂਦੀ ਹੈ ਤਾਂ ਸਾਨੂੰ ਇਹ ਯਾਦ ਰਹਿੰਦੀ ਹੈ ਵੀ ਅਸੀਂ ਸਵਾਲ ਨੂੰ ਕਿਸ ਤਰ੍ਹਾਂ ਕਰਨਾ ਹੈ ਜਾਂ ਕੀਤਾ ਸੀ। ਸੋ ਇਸ ਤੋਂ ਬਾਅਦ ਅਗਲਾ ਸਵਾਲ ਤੁਸੀਂ ਆਪਣੇ ਆਪ ਹੱਲ ਕਰਨਾ ਹੈ। ਹੁਣ ਆਪਾਂ ਅਗਲਾ ਸਵਾਲ ਦੇ ਅਗੇਤਰ ਤੇ ਪਛੇਤਰ ਨਾਲ ਜਾਣ ਪਛਾਣ ਕਰਨਾ। ਮੈਂ ਤੁਹਾਨੂੰ ਹੁਣੀ ਦੱਸ ਚੁੱਕਿਆ ਹਾਂ ਕਿ ਅਗੇਤਰ ਕੀ ਹੁੰਦਾ ਹੈ? ਇੱਕ ਰਕਮ ਵੱਧ ਤੇ ਪਛੇਤਰ ਕੀ ਹੁੰਦਾ ਹੈ? ਇੱਕ ਰਕਮ ਘੱਟ। ਸੋ ਇਹ ਬੜੇ ਹੀ ਆਸਾਨ ਪ੍ਰਸ਼ਨ ਹਨ ਜੋ ਤੁਹਾਨੂੰ ਪੁੱਛੇ ਜਾ ਸਕਦੇ ਹਨ। ਮੰਨ ਲਓ 1947। 1947 ਨੂੰ ਕੀ ਹੋਇਆ ਸੀ? ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸੋ 1947 ਦਾ ਜਦੋਂ ਮੈਂ ਅਗੇਤਰ ਦੀ ਗੱਲ ਕਰਦਾ ਹਾਂ ਤਾਂ ਅਗੇਤਰ ਕੀ ਹੈ? 1947 ਪਲੱਸ 1 ਕਿੰਨਾ ਹੋ ਗਿਆ? 1948। ਕਿੰਨਾ ਹੋ ਗਿਆ? 1948।
ਤੇ ਜਦੋਂ ਮੈਂ 75 ਦੀ ਗੱਲ ਕਰਦਾ ਹਾਂ, 75 ਪਿੱਛੇ ਵਾਲਾ ਸਾਲ, ਪਿੱਛੇ ਵਾਲੀ ਰਕਮ, ਤਾਂ ਇਹ ਕਿੰਨਾ ਆਏਗਾ 1946। ਕਿੰਨਾ ਆਏਗਾ 1946। बड़े ही आसान प्रश्न हैं। बस तुसी अगेतर ते पिछेतर भुलना नहीं है। अगेतर अगे वाला, पिछेतर पिछे वाला। ठीक है जी। अपनी किताबां दे विच तुसी इह नाल दी नाल नोट कर लेना है। आपां नूं किताबां दे विच कई वारी आपां सोचदे हां वी सवाल पुछया जांदा है, इह इस लई पुछया जांदा है तां जो तुहानूं उस दिन नूं याद करके अगेतर वाले सवाल भी याद रहन। सानू विसाखी का दिन दसिया गया, सानू भारत के आजाद होने का दिन दसिया गया। ये बच्चों इस करके दसिया जाता है क्योंकि उस दिन नूं याद करके सानू सवाल भी याद आ जाते हैं, सवाल भी याद आ जाते हैं। इन्हां याद करन दी प्रक्रिया नूं होर मजबूत करन लई ही ये जो सानू इत्थे सन लिखे जाते हैं, सानू तरीकां लिखियां जांदियां हन। हुण आपां अगे चलदे हां। गुरु देखो, यही मैं तुहानूं हुणी दस्सिया सी, गुरु नानक देव जी का जन्म साल। हुण गुरु नानक देव जी का जन्म साल 1969 किन्ने नूं होया 1969 ईस्वी, सॉरी 1469, 1469 ईस्वी। तां इह भी इसे करके लिखिया है कि जदों भी गुरु नानक देव जी की जन्म तरीक तुसीं याद करोगे तां तुहानूं अगेतर पिछेतर भी याद रहेगा। इस लई ही यह जो है अगेतर पिछेतर का इस विच आपां ने लिखिया है। सो उपरला अगेतर किहड़ा है +1 वाला, पिछेतर किहड़ा है -1 वाला, एक घटाओ वाला। तां अगेतर पिछेतर बड़ी ही आसानी नाल तुसीं सवाल कर सकते हो। मैनूं उम्मीद है कि बड़ी आसानी नाल तुसीं सारे सवाल इह अगेतर पिछेतर वाले कर लोगे। अगला सवाल कराउण दी जरूरत नहीं समझदा मैं, क्योंकि तुसीं सिख लिया है। बाकी तुसीं अपने आप करना है। अभ्यास पहला 1.1 1.1 अभ्यास। ये अभ्यास दे विच मैं तुहानूं इत्थे ही समझावांगा, करना तुसीं आप है। एक रकम मैं तुहानूं समझावांगा ते बाकी रकमां तुसीं अपने आप करनियां। देखो गणतारा फिर तुहाडे सामने है। रंगदार तस्वीर, रंगदार तस्वीर दे विच की है इकाइयां लिखियां होईयां ने, इकाइयां हज़ार, लख, इकाई, दहाई, सैकड़ा, हज़ार। हुण देखो बड़ा ही आसान है। 10,000 वाली इकाई दे विच किन्ने किन्ने मोती जां बॉलां हन? किन्नियां बॉलां हन? 1 2 3 4। तां किन्नियां हन? 4। इस इकाई दे अगे किन्नियां इकाइयां होर हन? इकाई, दहाई, सैकड़ा, हज़ार। किन्नियां इकाइयां हन? 4। तां किन्नियां जीरोआं लगणगीਆਂ? 4। हुण 1 2 3 4। हुण देखो हज़ार वाला गणतारा जो है उसदे मोती, उसदे थल्ले मोती किन्ने हन गिणो। 1 2 3 4 5 6। 1 2 3 4 5 6। अंग्रेजी दे विच भी नाल नाल आपां ने बोलण दी कोशिश करनी है, क्योंकि 11वीं जमात या 12वीं जमात या तुसीं वड्डियां जमातां दे विच पढ़ोगे तां इंग्लिश नूं जे तुसीं पहिलां तो ही नाल नाल पढ़ना सिੱਖਿਆ होवेगा तां तुहानूं पढ़न दे विच प्रॉब्लम नहीं आवेगी। सो किन्नियां गेंदां हन? 6। तां आपां 6 लिखदे हां। किन्नियां इकाइयां हन हज़ार वाली इकाई तो बाद? 1 2 3 1 2 3। तां किन्नियां जीरो हो गईਆਂ? 1 2 3। उस तो बाद सैकड़े वाली इकाई दे विच किन्ने बॉलां हन? 3। सैकड़े वाली इकाई दे विच बॉलां हो गईਆਂ 3। दहाई वाली इकाई दे विच कोई बॉल नहीं है, आपां कुछ जीरो लिखांगे। चाहे लिख सकते हो, चाहे तुसी नहीं भी लिख सकते, क्योंकि कोई भी बॉल उत्थे नहीं है, उसनूं जीरो ही समझा जाएगा। इकाई वाली इकाई जो इकाई है इस विच किन्नियां गेंदां हन? 1 2 3 4 5। 1 2 3 4 5। तां आपां किन्ना लिखांगे? 5। हुण सारिਆਂ दा टोटल करन तो बाद पता लगदा है 5 0 3 6 4। किन्ना बन गया? 46,305 रुपए। किन्ना बनिया? 46,300। इहदा जोड़ 5 बनदा है, इहदा 0 3 6 ते 4। इसे तरह ही असीं यह सवाल बड़ी ही आसानी नाल हल कर सकते हैं। शब्दां विच लिखना बहुत ही आसान है।
46,000 देखो जे आपां इसनूं इस तरह पढ़ांगे, देखो 40,000 6,305 गलत हो गया ना, तो आपां एक इकाई नूं एक वारी ही पढ़ सकते हैं। शब्दां विच किस तरह पढ़ांगे, आ देखो जे आपां इसनूं पढ़ांगे 40,000 6,305 गलत हो गया ना, आपां पढ़ांगे 46 यानी कि ये हज़ार वाली इकाई नूं इकट्ठा पढ़ांगे। हज़ार वाली इकाई नूं इकट्ठा पढ़न दा मतलब की है, आपां किवें पढ़ांगे 46,305 यानी एक इकाई नूं आपां एक वारी ही बोलना है। तो किस तरह लिखांगे आपां 46,305। मैं तुहानूं एक बारी थोड़ा इहनूं आसान शब्दां च समझा देना, क्योंकि इस विच गलती कई बार हो जाती है तो बाद दे विच तुहानूं इस चीज़ का पता नहीं लगता भी गलती होई कित्थे। सो मैं तुहानूं हुणे समझाउणा है इहदा किस तरह तुहाडा इह बनदा है। देखो बच्चों, आपां इकाई लिखी सी 40,000 6,000। एक सवाल ते मैं जोर इस करके लगा रहा हाँ क्योंकि तुहानूं इकाइयां दे संबंध च बोलना आ जाता है भी आपां पढ़ना किवें है, लिखना किवें है। 6,000 उस तो बाद की सी अपने कोल 300, अगला जी कुछ नहीं सी, 0 सी, फिर सी अपने कोले 5। तो इसनूं आपां लिखिया सी 46,305। हुण बच्चों नीचे इस क्वेश्चन के नीचे भी है भी शब्दां विच लिखो। शब्दां विच किवें लिखांगे, देखो इत्थे अपने कोल जो इकाइयां हन, इकाइयां साडे कोल इत्थे 40,000 6,300 इकाई 5 है। तो आपां जे इसनूं इस तरह पढ़ांगे 40,000 6,305 गलत हो जाएगा। आपां हज़ार वालियां दोनों ही इकाइयां नूं इकट्ठा पढ़ना है। इकट्ठा किवें पढ़ांगे 40 ते 6 46, तां किवें पढ़ांगे 46,000 इस तरह पढ़ांगे 46,000 46,000 हो गया ना। 46,000 ये थोड़ा होर सौखा कर लैंदे हां 46,300 46,300 अगे कितना है 5। तो किस तरह पढ़ांगे 46,305 रुपए। शब्दां विच किस तरह लिखांगे 46,305 रुपए 5 रुपए। सो बड़े ही आसान शब्दों के विच आपां ने इस चीज़ नूं समझिया। 305 रुपए एंड च तुसीं रुपए जरूर लिख देना। रुपए वाला है तो रुपए, या तुसीं रुपए नहीं भी लिख सकते क्योंकि यह इत्थे दस्सिया नहीं होया कि रुपए की गल हो रही है या अंक की। 46,305 कितना लिखना है 46,305 केवल 46,305। ठीक है जी। अगला सवाल तुसीं अपने आप करना है क्योंकि इस विच बड़ा ही आसान है भी। इसे कईयां दा है सी डी, ये तुसीं मैनूं कमेंट्स दे विच लिखने हन। ये जो सवाल हन ये तुसीं मैनूं कमेंट्स दे विच दसने हन कि तुसीं कीते हन जां नहीं। सो संख्यावां नूं उन्हां दे स्थानिक मुੱਲ सारणी ते दर्शाओ। ये सवाल है स्थानिक मुੱਲ सारणी की है। पहले तो मैं तुहानूं स्थानिक मुੱਲ सारणी के बारे थोड़ा जा क्लीयर कर देना हाँ कि ये की है। बच्चों स्थानिक मुੱਲ सारणी की हुंदी है, इकाई दहाई सैकड़ा ये जिन्ने भी शब्द हैं, ये जिन्ने भी अवस्थावां हैं, जिन्ने प्लेसिस हैं, उन्होंने आपां यह सारणी कहने। मैं तुहानूं थोड़ा जिहा तरतीब नाल समझाउणा हाँ क्योंकि इस विच जे गलती हुंदी है तो वह गलती तुहानूं नुकसान पहुंचा सकती। दोस्तों इहदे विच आपां ने एक देखिया इस विच इकाई दहाई सैकड़ा हज़ार 10,000 ये सारियां चीज़ां ही इस विच आपां ने सीखणियां।
इकाई, दहाई, सैकड़ा, हज़ार, 10,000, ਲੱਖ ਤੇ 10 ਲੱਖ। अजे ਆਪਾਂ ਇੰਨੀਆਂ ਸੰਖਿਆਵਾਂ ਹੀ ਦੇਖਾਂਗੇ। सो पहली संख्या की है, देखो मैं हम तुहानूं थोड़ा जिहा होर तरतीब नाल समझाउणा है। पहली है इकाई, दूजी है दहाई यानी कि 2 जीरो, तीजी है सैकड़ा यानी कि 2 जीरो, इकाई 1, दहाई 1 जीरो, सैकड़ा 1000 ते हज़ार 1000, 10,000 ते 10,000 की अवस्था है ते 1 ਲੱਖ ਤੇ 5 ਜ਼ੀਰੋ वाली अवस्था है। ਇਹ ਸਾਰੀਆਂ ਹੀ ਇਸ ਨੂੰ ਕੀ ਕਹਿੰਦੇ ਹਨ, ਮੁੱਲ ਸਾਰਣੀ, ਸਥਾਨਿਕ ਮੁੱਲ ਸਾਰਣੀ, ਠੀਕ ਹੈ ਜੀ। ਤੇ ਜੋ ਲਾਸਟ ਹੈ ਇਸ ਨੂੰ ਕਹਿੰਦੇ ਹਨ 1 ਲੱਖ ਤੋਂ ਬਾਅਦ 10 ਲੱਖ, 10 ਤੇ ਲੱਖ। ਹੁਣ ਜਿਹੜਾ ਇਹ ਸਵਾਲ ਹੈ, ਸਵਾਲ ਥੋੜਾ ਧਿਆਨ ਨਾਲ ਸਮਝੋ। ਸੰਖਿਆਵਾਂ ਨੂੰ ਸਥਾਨਿਕ ਮੁੱਲ ਸਾਰਣੀ ਤੇ ਦਰਸਾਓ। ਸਥਾਨਿਕ ਮੁੱਲ ਸਾਰਣੀ ਦੇਖੋ, ਪਹਿਲੀ ਰਕਮ ਕੀ ਹੈ 3868, 3868। ਹੁਣ ਇਹ ਰਕਮ ਤੁਸੀਂ ਪਿੱਛੋਂ ਸ਼ੁਰੂ ਕਰਨੀ ਹੈ, 8 6 8 ਤਾਂ 8 ਦੀ ਜਿਹੜੀ ਇਕਾਈ ਹੋਈ ਉਹ 8 ਦੀ ਜਿਹੜੀ ਮੁੱਲ ਸਾਰਣੀ ਹੋਈ ਉਹ ਹੋਈ ਇਕਾਈ ਦੇ ਵਿੱਚ, 6 ਦੀ ਜਿਹੜੀ ਮੁੱਲ ਸਾਰਣੀ ਹੋਈ ਉਹ ਹੋਈ ਦਹਾਈ ਦੇ ਵਿੱਚ, 8 ਦੀ ਮੁੱਲ ਸਾਰਣੀ ਹੋਈ ਸੈਂਕੜੇ ਦੇ ਵਿੱਚ, ਤੇ 3 ਦੀ ਮੁੱਲ ਸਾਰਣੀ ਹੋਈ 1000 ਦੇ ਵਿੱਚ। ਇਹਨੂੰ ਕਿਸ ਤਰ੍ਹਾਂ ਸੌਖਾ ਹੋਰ ਸਮਝਿਆ ਜਾ ਸਕਦਾ ਹੈ, ਦੇਖੋ ਇਸ ਰਕਮ ਨੂੰ ਜਦੋਂ ਆਪਾਂ ਵਿਸਤ੍ਰਿਤ ਰੂਪ ਇਸ ਦਾ ਲਿਖਿਆ ਹੈ 3868, 3000 यानी कि 1000 वाली सारणी, कितने वाली सारणी 1000 वाली सारणी, फिर 800 यानी कि सैकड़े वाली सारणी, 68 यानी 1 जीरो है 6 तो बाद ता दहाई वाली सारणी, फिर 8 यानी कि इकाई। तो पूरी रकम की बनती है 3868 रुपए। तो यह दो बच्चे बड़ा ही सौखा है भी तुसी इसनूं तुसी वैकस या गणतारे की सहायता नाल भी कर सकते हो, पर गणतारा तुसी पेपर दे विच बनाउण नहीं लग जाना है, क्योंकि इस नाल तुहाडा टाइम भी बहुत खराब होएगा। तुसी मुੱਲ सारणी नूं बना सकते हो, इकाई, दहाई, सैकड़ा, 1000, 10,000, ਲੱਖ, 10 ਲੱਖ। ਤਾਂ ਪਿੱਛੋਂ ਰਕਮਾਂ ਸ਼ੁਰੂ ਕਰਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਅੰਕ ਦੀ ਕਿਹੜੀ ਅਵਸਥਾ ਹੈ, ਤਾਂ ਇਸ ਨੂੰ ਤੁਸੀਂ ਮੁੱਲ ਸਾਰਣੀ ਤੇ ਦਰਸਾ ਸਕਦੇ ਹੋ। ਅਸਲ ਦੇ ਵਿੱਚ ਮੁੱਲ ਸਾਰਣੀ ਜੋ ਇਹ ਰੰਗਦਾਰ ਉੱਪਰ ਤਸਵੀਰ ਹੈ, ਲੱਖ, 1000, ਇਕਾਈ, 10 ਲੱਖ, ਲੱਖ, 10,000, 1000, ਇਹੀ ਇਸ ਨੂੰ ਹੀ ਮੁੱਲ ਸਾਰਣੀ ਕਹਿੰਦੇ ਹਨ। ਸ਼ਬਦਾਂ ਵਿੱਚ ਲਿਖੋ। ਤੀਜਾ ਸਵਾਲ ਜੋ ਹੈ ਬੜਾ ਹੀ ਆਸਾਨ ਹੈ। देखो पहला सवाल है इस विच 2462 रुपए, 2462। बच्चों एक चीज तुसी ध्यान रखनी है, जे तुसी संख्या नूं बोलना सीख लिया तो तुसी संख्या नूं लिखना भी सीख लिया। जे तुसी संख्या नूं बोल गलत रहे हो तो तुसी संख्या नूं गलत लिख सकते हो। हुण इस विच की है 2462, इसनूं 2462 भी कह सकते हैं, पर जो इसका सही तरीका है वो है 2462। देखो इसनूं किस तरह समझा जा सकता है, 1000 वाली इकाई नूं एक बारी बोलिया गया, सैकड़े वाली इकाई नूं, 100 वाली इकाई नूं ते इकाई वाली। जे ही अगला सवाल मैं तुहानूं दूजा सवाल तुसीं आप करना है। अगला सवाल देखो, तीजा सवाल। तीजा सवाल है 19,19050। हुण इस विच जे आपां इसनूं इस तरह लिखीए, पहले दे नाल 4 जीरो, दूजे दे नाल 3 जीरो। हुण तुसीं इत्थे एक चीज़ देखोगे भी पहली रकम दे नाल की है, की बनिया 10,000, दूजी दे नाल 9,000। तो मैं इसनूं इस तरह नहीं बोल सकता भी 10,000 9,050 ना, ये गलत हो जाएगा। मैं इसनूं किस तरह बोलांगा, ये ਜਿਹੜੀਆਂ भी एक इकाई वाली यानी कि 1000 वाली इकाई है या 100 वाली इकाई है उसनूं इकट्ठे बोलना, इकट्ठे बोलना है। तो मैं किस तरह बोलांगा, मैं बोलांगा 19,050 रुपए, केवल
रुपए तुसीं ना बोलो चाहे 19,050 ਤਾਂ किस तरह बोलांगे हज़ार वाली इकाई नूं इकट्ठा बोलांगे 19,000। ये क्यों इकट्ठा बोलना है क्योंकि ਜਿਹੜੇ ਆ देखो ऊपर तुसीं देख रहे हो ਲੱਖ ਤੇ 10 ਲੱਖ ਲੱਖ ਵਾਲੀ ਇਕਾਈ ਚ ਹਨ 10,000 ਤੇ ਹਜ਼ਾਰ ਵਾਲੀ ਇਕਾਈ ਚ ਹਨ ਤੇ ਜਿਹੜੇ ਛੋਟੀਆਂ ਹਨ ਇਹ ਇਕਾਈਆਂ ਹਨ ਸੈਂਕੜਾ ਦਹਾਈ ਇਕਾਈ ਇਹ ਇਕਾਈਆਂ ਹਨ ਫਿਰ ਹਜ਼ਾਰ ਫਿਰ ਲੱਖ ਜਿਹੜੀ ਰਕਮ ਤਾਂ 10,000 ਜਾਂ ਹਜ਼ਾਰ ਦੇ ਵਿੱਚ ਆਉਂਦੀ ਹੈ ਉਸ ਨੂੰ ਹਜ਼ਾਰਾਂ ਚ ਬੋਲਿਆ ਜਾਏਗਾ ਜਿਹੜੀ ਰਕਮ ਲੱਖ ਜਾਂ 10 ਲੱਖ ਚ ਆਉਂਦੀ ਹੈ ਉਸ ਨੂੰ ਲੱਖ ਚ ਬੋਲਿਆ ਜਾਏਗਾ ਜਿਹੜੀ ਇਕਾਈ ਦਹਾਈ ਜਾਂ ਸੈਂਕੜੇ ਚ ਆਉਂਦੀ ਹੈ ਉਸ ਨੂੰ ਇਕਾਈਆਂ ਚ ਬੋਲਿਆ ਜਾਏਗਾ ਠੀਕ ਹੈ ਜੀ ਸੋ ਮੈਨੂੰ ਉਮੀਦ ਹੈ ਤੁਸੀਂ ਇਹ ਸਮਝ ਗਏ ਹੋਵੋਗੇ ਆਪਾਂ ਹੁਣ ਥੋੜਾ ਅੱਗੇ ਚੱਲਦੇ ਹਾਂ ਸੋ ਅਗਲਾ ਸਵਾਲ ਹੈ ਸ਼ਬਦਾਂ ਵਿੱਚ ਲਿਖੇ ਸਾਰੇ ਸਵਾਲ ਤੁਸੀਂ ਆਪ ਕਰਨੇ ਹਨ ਕਿਉਂਕਿ ਇਸ ਵਿੱਚ ਕਾਫੀ ਕੁਝ ਆਪਾਂ ਤੁਹਾਨੂੰ ਪਹਿਲਾਂ ਹੀ ਸਮਝਾ ਚੁੱਕੇ ਹਾਂ ਸੋ ਈ ਸਵਾਲ ਨੰਬਰ ਈ एफ जी डी ये सारे सवाल तुसीं आप करने अंकों विच लिखो 1745 ये बड़े ही आसान है देखो की है एक सॉरी ये रकम है एक इत्थे की लिख लेना है 1,000 बड़ा ही सौखा है देखो पहला तो तुसीं पता होना चाहिए है कि किस तरह है 1,700 कितना है 47 ईवन देखो पहला इसमें पढ़ के देखो 1,745 सॉरी आप 47 लिखता 45 लिखना है 45 तो कितना बन गया है 1,745 बड़े ही आसान सवाल हैं सारे सवाल तुसीं आप कर सकते हो ते तुसीं ਇਹ करके मैनू कमेंट ਦੇ ਵਿੱਚ जरूर दसना ਜਿਹੜੇ ਬੱਚਿਆਂ ਨੇ ਵੀ ਇਹ ਵੀਡੀਓ ਦੇਖੀ ਤਾਂ ਉਹਨਾਂ ਨੂੰ ਪਲੀਜ਼ ਮੇਰਾ ਇਹ ਰਿਕੁਐਸਟ ਹੈ ਕਿ ਉਹ ਕਮੈਂਟ ਦੇ ਵਿੱਚ ਵੀਡੀਓ ਵਧੀਆ ਲੱਗੀ ਜਾਂ ਇਹਦੇ ਵਿੱਚ ਜੋ ਨਹੀਂ ਸਮਝ ਆਇਆ ਉਹ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਅਗਲਾ ਸਵਾਲ ਹੈ ਹੇਠ ਲਿਖਿਆਂ ਦੇ ਅਗੇਤਰ ਪਿਛੇਤਰ ਇਹ ਵੀ ਬੜੇ ਹੀ ਆਸਾਨ ਜੋ ਹਨ ਸਵਾਲ ਤੁਹਾਡੇ ਅਗੇਤਰ ਤੁਹਾਨੂੰ ਪਤਾ ਹੈ ਇੱਕ ਆਪਾਂ ਜੋੜਦੇ ਹਾਂ ਅਗੇਤਰ ਦੇ ਵਿੱਚ ਪਿਛੇਤਰ ਦੇ ਵਿੱਚ एक घटाओ करते हाँ बड़े ही आसान हाँ इस विच एक जो सवाल हैं बड़ा ही तुहानू गलती होने के चांस जो सवालों के विच हैं मैं तुहानू वो सवाल एक करके दिखाना हाँ अमूमन की हुंदा है इस रकम का अगेतर पूछया जा सकता है अमूमन की हुंदा है ज़्यादातर इस रकम का अगेतर पूछया जा सकता है क्योंकि इस नूं जोड़े ते एक रियल नंबर बनता है जो 1,000 है 999 ਤਾਂ ਇਹਨੂੰ ਇੱਕ ਜੋੜੇ ਤੇ ਬਣਦਾ ਪਰ ਪੇਪਰ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਇਸੇ ਰਕਮ ਦਾ ਪਿਛੇਤਰ ਪੁੱਛਿਆ ਹੋਇਆ ਹੁੰਦਾ ਕੀ ਪੁੱਛਿਆ ਹੋਇਆ ਹੁੰਦਾ ਹੈ ਪਿਛੇਤਰ ਆਪਾਂ ਨੂੰ ਜ਼ਿਆਦਾਤਰ ਜੋ ਪਹਿਲਾਂ ਕਿਤਾਬ ਦੇ ਵਿੱਚ ਹੁੰਦਾ ਹੈ ਉਹ अगेतर बारे पुछया गया हुंदा है या दस्सिया गया हुंदा है परंतु पेपर दे विच कई बार ये सवाल पिछेतर के रूप में आ जाता है तो तुसी मेरी ये रिक्वेस्ट है कि तुसी जो भी सवाल है तो उत्थे बच्चे इस तरह करके आ जाते हैं जो कि गलत है तो मेरी ये रिक्वेस्ट है कि तुसी सवाल बड़े ही आराम नाल पढ़ना भी अगेतर बारे पूछया या पिछेतर बारे पूछया ये सवाल फ्री के नंबर हैं बहुत ही सौखे सवाल हैं तो इसका उत्तर की आएगा एक घटा के 998 कितना आएगा 998 तो ये सारे सवाल ही बड़े आसान हैं जो कि तुसी अपने आप कर लेने हैं तो मैनू तुसी कमेंट्स के विच दसना अगेतर एक प्लस पिछेतर एक माइनस सो 1.2 आपने पूरी कंप्लीट कर चुके हैं अगला जो है वड्डियां संख्यावां दा स्थानिक मुल अंकित मुल प्लेस वैल्यू फेस वैल्यू ये तुसी बड़ा ध्यान रखना है प्लेस वैल्यू हुंदी है स्थानिक मुल प्लेस वैल्यू की हुंदी है स्थानिक मुल प्लेस का मतलब हुंदा जैसे स्थान हुंदा ना तो इस तरह ही प्लेस वैल्यू का मतलब की हुंदा स्थानिक स्थानक
ਤੇ ਫੇਸ ਵੈਲਿਊ ਕੀ ਹੁੰਦਾ, ਫੇਸ ਜੋ ਦਿਖਦਾ ਹੈ, ਫੇਸ ਕੀ ਹੁੰਦਾ, ਮੂੰਹ ਹੁੰਦਾ ਨਾ ਜੋ ਦਿਖ ਰਿਹਾ, ਤਾਂ ਫੇਸ ਕੀ ਹੋਏਗਾ, ਅੰਕਿਤ ਜੋ ਅੰਕਿਆ ਹੋਇਆ ਹੈ 9, ਆਪਦੀ ਕੀਮਤ 9 ਹੀ ਹੈ, ਉਹ ਉਸਦੀ ਫੇਸ ਵੈਲਿਊ ਹੈ। ਇਸ ਨੂੰ ਕੀ ਕਹਿੰਦੇ ਹਨ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਵੀ 1 ਜਾਂ 2 ਨੰਬਰ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ। ਅੰਕਿਤ ਕੀ ਹੋਏਗਾ, ਜੋ ਦਿਖ ਰਿਹਾ, ਫੇਸ। ਪਲੇਸ ਜਿਸ ਜਗ੍ਹਾ ਤੇ, ਕਿਸ ਜਗ੍ਹਾ ਤੇ ਹੈ, ਇਹ ਆਪਾਂ ਇਹ ਸਾਰਣੀ ਦੇ ਹਿਸਾਬ ਨਾਲ ਦੇਖਾਂਗੇ। ਜੋ ਸਾਰਣੀ ਆਪਣੇ ਕੋਲ ਹੈ ਉਸ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ। ਜਿਸ ਤਰ੍ਹਾਂ ਇਹ ਸਾਰਣੀ ਹੈ, ਕਿਸ ਇਕਾਈ ਤੇ, ਇਕਾਈ, ਦਹਾਈ, ਸੈਂਕੜਾ, 1000, 10000 ਕਿਸ ਪਲੇਸ ਤੇ ਆ, ਵਨਸ ਪਲੇਸ, ਟੈਂਸ ਪਲੇਸ, ਇੰਗਲਿਸ਼ ਦੇ ਵਿੱਚ ਵਨਸ, ਟੈਂਸ, 100, 1000, ਲੱਖ, ਇਸ ਤਰ੍ਹਾਂ 10,000, ਲੱਖ, ਇਸ ਤਰ੍ਹਾਂ ਸਾਨੂੰ ਇਹ ਆਉਂਦੇ। ਤਾਂ ਤੁਸੀਂ ਇਹ ਬੜਾ ਧਿਆਨ ਰੱਖਣਾ ਹੈ ਕਿ ਪਲੇਸ ਵੈਲਿਊ ਤੇ ਫੇਸ ਵੈਲਿਊ ਕੀ ਹੁੰਦੀ। ਤਾਂ ਬੜੇ ਹੀ ਇਹ ਜੋ ਪ੍ਰਸ਼ਨ ਹਨ ਬੜੇ ਆਸਾਨ ਹਨ, ਤੁਸੀਂ ਬੜੇ ਆਰਾਮ ਨਾਲ ਇਹਨਾਂ ਨੂੰ ਕਰ ਸਕਦੇ। ਪੇਪਰ ਦੇ ਵਿੱਚ ਸਵਾਲ ਨੂੰ ਇੱਕ ਵਾਰੀ ਬੜੇ ਧਿਆਨ ਨਾਲ ਪੜ੍ਹਨਾ ਹੈ। ਅਗੇਤਰ, ਪਿਛੇਤਰ, ਪਲੇਸ ਵੈਲਿਊ, ਫੇਸ ਵੈਲਿਊ ਯਾਨੀ ਸਥਾਨਿਕ ਜਾਂ ਅੰਕਿਤ ਮੁੱਲ, ਇਹ ਫ੍ਰੀ ਦੇ ਨੰਬਰ ਹਨ। ਇਹਨਾਂ ਨੂੰ ਆਪਾਂ ਪੇਪਰ ਦੇ ਵਿੱਚ ਜ਼ਰੂਰ ਕਰਕੇ ਆਉਣਾ ਹੈ ਤੇ ਸਵਾਲ ਜੋ ਹਨ ਬੜੇ ਧਿਆਨ ਨਾਲ ਪੜ੍ਹਨੇ। ਹੁਣ ਜਿਸ ਤਰ੍ਹਾਂ ਇਹ ਇੱਕ ਉਦਾਹਰਨ ਦਿੱਤੀ ਹੈ, ਸੈਂਕੜਾ, ਦਹਾਈ, ਇਕਾਈ, ਦਹਾਈ, ਸੈਂਕੜਾ। ਹੁਣ ਇਕਾਈ ਤੇ ਕੀ ਹੈ, ਇਕਾਈ ਤੇ ਸੈਂਕੜੇ ਤੇ 1 ਹੈ, ਦਹਾਈ ਤੇ 2 ਹੈ ਤੇ ਇਕਾਈ ਤੇ 3 ਹੈ। ਯਾਨੀ ਕਿ 1, 10 ਤੇ 100। ਇਹ ਇਹਨਾਂ ਦੀ ਮੁੱਲ ਸਾਰਣੀ ਦੇ ਹਿਸਾਬ ਨਾਲ ਇਹਨਾਂ ਦੀ ਜੋ ਹੁਣ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਦੀ ਕੀਮਤ ਬਦਲਣ ਤੇ, ਇਹਨਾਂ ਦੀ ਕੀਮਤ ਬਦਲਣ ਤੇ ਇਹ ਕਿਸ ਤਰ੍ਹਾਂ ਦਾ ਬਦਲਾਅ ਸਾਨੂੰ ਇਸ ਵਿੱਚ ਦੇਖਣ ਨੂੰ ਮਿਲਦਾ ਹੈ। ਇਹਨਾਂ ਦੀ ਕੀਮਤ ਬਦਲਣ ਤੇ ਸਾਨੂੰ ਇਸ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਕਿ ਜਦੋਂ ਵੀ ਆਪਾਂ ਇਸ ਦੀ ਰਕਮ ਬਦਲਦੇ ਹਾਂ, ਇਸ ਦੀ ਕਿਸੇ ਵੀ ਮੁੱਲ ਦੀ ਰਕਮ ਬਦਲਦੇ ਹਾਂ ਤਾਂ ਸਾਡਾ ਜੋ ਉਸ ਦਾ ਅੰਕਿਤ ਮੁੱਲ ਹੈ ਉਹ ਵੀ ਚੇਂਜ ਹੋ ਜਾਂਦਾ ਹੈ। ਅੰਕਿਤ ਮੁੱਲ ਵੀ ਚੇਂਜ ਹੋ ਜਾਂਦਾ ਹੈ। ਮੈਂ ਤੁਹਾਨੂੰ ਦਿਖਾਣਾ ਹਾਂ, ਸਥਾਨਿਕ ਮੁੱਲ। ਕਿਸੇ ਸੰਖਿਆ ਦੇ ਅੰਕਾਂ ਦਾ ਸਥਾਨ ਬਦਲਣ ਨਾਲ ਉਹਨਾਂ ਦਾ ਸਥਾਨਿਕ ਮੁੱਲ ਵੀ ਬਦਲ ਜਾਂਦਾ ਹੈ। ਸਥਾਨਿਕ ਮੁੱਲ ਬਦਲ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਨੇ 100 ਨੂੰ ਸੈਂਕੜੇ ਤੇ ਰੱਖਿਆ ਸੀ, 1 ਨੂੰ ਸੈਂਕੜੇ ਤੇ ਰੱਖਿਆ ਸੀ। ਹੁਣ ਜੇ ਆਪਾਂ ਇਸੇ 1 ਨੂੰ ਇਕਾਈ ਤੇ ਲੈ ਆਉਣੀ, ਇਹ ਕਿੰਨੀ ਰਕਮ ਬਣਦੀ ਹੈ, 123। ਮੈਂ ਹੁਣ ਇਸੇ ਰਕਮ ਨੂੰ ਇਕਾਈ ਤੇ ਲੈ ਆਉਣਾ ਹੈ, ਯਾਨੀ ਕਿ 1 ਤੋਂ ਇਹ ਕਿੱਥੇ ਆ, 1 ਸੈਂਕੜੇ ਤੋਂ ਇਕਾਈ ਤੇ ਆ ਗਿਆ, ਪਹਿਲੇ ਨੰਬਰ ਤੇ ਆ ਗਿਆ। ਤੇ 3 ਨੂੰ ਮੈਂ ਲੈ ਆਉਣਾ ਹਾਂ ਸੈਂਕੜੇ ਵਾਲੀ ਰਕਮ ਤੇ, ਇਕਾਈ ਨੂੰ ਮੈਂ, ਦਹਾਈ ਨੂੰ ਮੈਂ ਛੇੜਦਾ ਨਹੀਂ, ਯਾਨੀ 2 ਮੈਂ ਉਸੇ ਜਗ੍ਹਾ ਤੇ ਰੱਖਿਆ, 3 ਤੇ 1 ਦੀਆਂ ਜਗ੍ਹਾ ਮੈਂ ਬਦਲ ਦਿੱਤੀ। ਹੁਣ ਕਿੰਨੀ ਰਕਮ ਬਣੀ, ਹੁਣ ਰਕਮ ਬਣੀ 321। ਤਾਂ ਇੱਥੇ ਆਪਾਂ ਨੂੰ ਇੱਕ ਚੀਜ਼ ਦੇਖਣ ਨੂੰ ਮਿਲੀ, ਜੇ ਆਪਾਂ ਕਿਸੇ ਵੀ ਅੰਕ ਦੀ ਸਥਾਨਿਕ ਵੈਲਿਊ, ਸਥਾਨਿਕ ਮੁੱਲ ਯਾਨੀ ਕਿ ਉਸ ਜਗ੍ਹਾ ਤੇ ਜਿਹੜੀ ਹੈ ਉਹ ਬਦਲ ਕੇ ਦੂਜੀ ਜਗ੍ਹਾ ਤੇ ਰੱਖ ਦਿੰਨੇ, ਤਾਂ ਉਸ ਪੂਰੀ ਰਕਮ ਦਾ, ਸੰਖਿਆ ਦਾ ਮੁੱਲ ਵੀ ਬਦਲ ਜਾਂਦਾ ਹੈ। ਉਸ ਜਗ੍ਹਾ ਸੰਖਿਆ ਦਾ ਮੁੱਲ ਵੀ ਬਦਲ ਜਾਂਦਾ ਹੈ। ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਇੱਕ ਤਾਂ ਸਵਾਲ ਜਿਹੜਾ ਹੈ ਤੁਸੀਂ ਕਰਨਾ ਹੈ ਡੀ ਸੀ ਬੀ, ਇਹ ਸਵਾਲ ਤੁਸੀਂ ਕਰਨਾ। ਸੋ ਬੜੇ ਹੀ ਆਸਾਨ ਸ਼ਬਦਾਂ ਦੇ ਵਿੱਚ ਇਹ ਸਾਰੇ ਸਵਾਲ ਜੋ ਹਨ ਆਪਣੇ ਕੋਲੇ ਸਾਨੂੰ ਆ ਰਹੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸੰਖਿਆਵਾਂ ਨੂੰ ਸਥਾਨਿਕ ਮੁੱਲ ਸਾਰਣੀ ਤੇ ਦਰਸਾਓ। ਸੰਖਿਆਵਾਂ ਨੂੰ ਸਥਾਨਿਕ ਮੁੱਲ ਸਾਰਣੀ ਤੇ ਦਰਸਾਓ। ਅੰਕਿਤ ਮੁੱਲ ਕੀ ਹੈ, ਜੋ ਉਸ ਦੀ ਮੁੱਲ ਅੰਕ ਦੀ ਆਪਣੀ ਕੀਮਤ ਹੈ। ਅੰਕਿਤ ਮੁੱਲ ਉਹੀ ਰਹਿੰਦਾ ਹੈ, ਸਥਾਨਿਕ ਮੁੱਲ ਜੋ ਹੈ ਉਹ ਬਦਲ ਜਾਂਦਾ ਹੈ। ਸੋ ਸੰਖਿਆਵਾਂ ਦਾ ਸਥਾਨਿਕ ਅਤੇ ਅੰਕਿਤ ਮੁੱਲ ਬੜਾ ਹੀ ਆਸਾਨ ਹੈ। ਹੁਣ 9 ਦਾ ਸਥਾਨਿਕ ਮੁੱਲ 1 ਹੈ, 7 ਦਾ ਸਥਾਨਿਕ ਮੁੱਲ 2 ਹੈ, 1 ਦਾ ਸਥਾਨਿਕ ਮੁੱਲ 3 ਹੈ। ਇਸੇ ਤਰ੍ਹਾਂ ਹੀ ਜਿਸ ਸਥਾਨ ਤੇ ਉਹ ਸੰਖਿਆ ਪਈ ਹੈ ਉਸ ਦਾ ਸਥਾਨਿਕ ਅਤੇ ਅੰਕਿਤ ਮੁੱਲ ਆਪਾਂ ਨੇ ਲਿਖਣਾ ਹੈ। ਹੁਣ 9 ਗੁਣਾ 1, ਤਾਂ ਇਹਦਾ ਜੋ ਅੰਕਿਤ ਮੁੱਲ ਹੈ 9 ਹੈ, ਸਥਾਨਿਕ ਮੁੱਲ 1 ਹੈ। ਅੰਕਿਤ ਮੁੱਲ 9, ਸਥਾਨਿਕ ਮੁੱਲ
1। ਤਾਂ ਇਸ ਵਿੱਚ ਆਪਾਂ ਨੇ ਦੇਖਿਆ ਕਿ ਅੱਗੇ ਦੇਖੋ 7 ਦਾ 7 ਦਹਾਈ ਦੇ ਸਥਾਨ ਤੇ, ਇਸ ਲਈ ਇਸਦਾ 7 ਦਾ ਸਥਾਨਿਕ ਮੁੱਲ 7 ਗੁਣਾ 10 यानी 70। इसका की है 7 गुणा 10 70। ਗਿਣਤਾਰੇ ਵਿੱਚ 1 ਕਿੱਥੇ ਹੈ ਸੈਂਕੜੇ ਦੇ ਵਿੱਚ, ਤਾਂ ਇਸ ਦਾ ਕਿੰਨਾ ਮੁੱਲ ਹੈ 100। ਇਸ ਵਿੱਚ ਥੋੜਾ ਜਿਹਾ ਸਮਝਣ ਦੀ ਲੋੜ ਹੈ। ਜੋ ਮੁੱਲ ਹੈ ਸਥਾਨਿਕ ਮੁੱਲ ਹੈ ਉਸ ਨੂੰ ਕੱਢਣ ਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਹਾਂ। ਦੇਖੋ ਆਪਾਂ ਨੇ ਦੇਖਿਆ ਸੀ 1 10 100 1000 10000 ਇਸ ਤਰ੍ਹਾਂ ਆਪਾਂ ਨੇ ਸਾਰੀ ਰਕਮ ਜੋ ਸਿੱਖੀ। ਹੁਣ 9 ਦਾ ਸਥਾਨਿਕ 9 ਪਹਿਲੀ ਪੋਜੀਸ਼ਨ ਤੇ ਹੈ, ਯਾਨੀ ਕਿ ਇਸ ਨੂੰ ਆਪਾਂ 9 ਨੂੰ 1 ਨਾਲ ਗੁਣਾ ਕਰਨਾ ਹੈ ਤਾਂ ਕਿੰਨਾ ਆ ਗਿਆ ਹੈ 9। ਜਦੋਂ ਆਪਾਂ ਅਗਲੀ ਰਕਮ ਜਿਹੜੀ ਕਿ ਦਹਾਈ ਤੇ ਪਈ ਹੈ ਉਸ ਨੂੰ ਆਪਾਂ ਕਿੰਨੇ ਨਾਲ ਗੁਣਾ ਕਰਾਂਗੇ 10 ਨਾਲ, ਤਾਂ ਅੰਕਿਤ ਮੁੱਲ ਉਸ ਦਾ ਆ ਜਾਏਗਾ ਸਥਾਨਿਕ ਮੁੱਲ ਉਸ ਦਾ ਆ ਜਾਏਗਾ ਗੁਣਾ ਕਰ 7 ਦਹਾਈ ਤੇ ਪਿਆ ਤਾਂ 7 ਗੁਣਾ 10 यानी कि 7 ਦਾ ਸਥਾਨਿਕ ਮੁੱਲ ਕਿੰਨਾ ਆਇਆ 7। ਇਸੇ ਤਰ੍ਹਾਂ ਹੀ ਜਿਹੜੀ ਰਕਮ ਸੈਂਕੜੇ ਤੇ ਪਈ ਹੈ ਕੀ ਹੈ 1, ਤਾਂ 1 ਨੂੰ ਆਪਾਂ ਨੇ 100 ਨਾਲ ਗੁਣਾ ਕੀਤਾ ਤਾਂ 1 ਦਾ ਸਥਾਨਿਕ ਮੁੱਲ ਕਿੰਨਾ ਆਇਆ 100। ਇਸੇ ਤਰ੍ਹਾਂ ਹੀ 1000 ਤੇ ਜਿਹੜੀ ਸੰਖਿਆ ਪਈ ਹੈ ਜਿਹੜਾ ਅੰਕ 1000 ਤੇ ਪਿਆ 8, ਤਾਂ 8 ਨੂੰ ਆਪਾਂ ਕਿੰਨੇ ਨਾਲ ਗੁਣਾ ਕਰਨਾ ਹੈ 1000 ਨੂੰ ਆਪਾਂ ਨੇ 8 ਨਾਲ ਗੁਣਾ, ਤਾਂ ਇਹ ਆਪਣਾ ਆ ਗਿਆ 8। ਤਾਂ ਬੱਚਿਓ ਸਥਾਨਿਕ ਮੁੱਲ ਪਤਾ ਕਰਨ ਲਈ ਆਪਾਂ ਨੂੰ ਕੀ ਕਰਨਾ ਪਿਆ ਉਸ ਇਕਾਈ ਨਾਲ ਉਸ ਅੰਕ ਨੂੰ ਗੁਣਾ। 9 ਹੈ ਦੇ ਅੱਗੇ ਕੋਈ 0 ਨਹੀਂ ਤਾਂ 9, 7 ਦੇ ਅੱਗੇ ਕਿੰਨੀਆਂ ਰਕਮਾਂ ਨੇ 19 0 70, 1 ਦੇ ਮੂਹਰੇ ਕਿੰਨੀਆਂ ਰਕਮਾਂ ਹਨ 2 ਤਾਂ 100, 8 ਦੇ ਮੂਹਰੇ ਕਿੰਨੀਆਂ ਇਕਾਈਆਂ ਬਚਦੀਆਂ ਹਨ 3 ਤਾਂ 8000। ਇਸੇ ਤਰ੍ਹਾਂ ਹੀ ਆਪਾਂ ਅੱਗੇ ਵੀ ਇਹਨਾਂ ਨੂੰ ਜਾਣ ਸਕਦੇ। ਅੰਕਿਤ ਮੁੱਲ ਉਹੀ ਹੁੰਦਾ ਹੈ ਜੋ ਅੰਕ ਖੁਦ ਹੁੰਦਾ ਹੈ। 9 ਦਾ ਅੰਕਿਤ ਮੁੱਲ 9 ਹੀ ਰਹੇਗਾ, 7 ਦਾ ਅੰਕਿਤ ਮੁੱਲ 7 ਹੀ ਰਹੇਗਾ, 1 ਦਾ ਅੰਕਿਤ ਮੁੱਲ 1 ਹੀ ਰਹੇਗਾ, 8 ਅਤੇ 3 ਦਾ ਅੰਕਿਤ ਮੁੱਲ 8 ਤੇ 3 ਹੀ ਰਹੇਗਾ। ਸੰਖਿਆ ਅਗਲਾ ਸਵਾਲ ਆਪਾਂ ਦੇਖਦੇ ਹਾਂ। ਸੰਖਿਆ 775698 ਵਿੱਚ ਹਰੇਕ ਅੰਕ ਦਾ ਸਥਾਨਿਕ ਮੁੱਲ ਅੰਕਿਤ ਮੁੱਲ ਪਤਾ ਕਰੋ। ਇਹ ਵੀ ਬੜਾ ਆਸਾਨ ਹੈ। ਅੰਕਿਤ ਮੁੱਲ ਦਾ ਜੋ ਲਿਖਿਆ ਹੋਇਆ ਹੈ ਉਹੀ ਰਹੇਗਾ। ਸਥਾਨਿਕ ਮੁੱਲ 8 ਤੋਂ ਬਾਅਦ ਕੋਈ ਰਕਮ ਨਹੀਂ 1 ਨਾਲ ਗੁਣਾ, 9 ਤੋਂ ਬਾਅਦ 1 ਰਕਮ ਹੈ ਤਾਂ 1 0 ਲਾ ਕੇ 10 ਨਾਲ ਗੁਣਾ, 6 ਤੋਂ ਬਾਅਦ 2 ਰਕਮਾਂ ਹਨ 2 0 ਲਾ ਕੇ 100 ਨਾਲ ਗੁਣਾ, 5 ਤੋਂ ਬਾਅਦ 3 ਰਕਮਾਂ ਹਨ ਤਾਂ 3 0 ਲਾ ਕੇ ਗੁਣਾ। ਇਸੇ ਤਰ੍ਹਾਂ ਹੀ 7 ਤੋਂ ਬਾਅਦ 5 ਰਕਮਾਂ ਹਨ ਤਾਂ 5 0 ਲਾ ਕੇ। ਇਹ ਇੱਕ ਸੌਖਾ ਤਰੀਕਾ ਹੈ, ਪਰੰਤੂ ਤੁਸੀਂ ਸਮਾਂ ਜੋ ਮੁੱਲ ਸਾਰਣੀ ਹੈ ਉਸ ਦਾ ਵੀ ਧਿਆਨ ਰੱਖਣਾ ਹੈ। ਮੁੱਲ ਸਾਰਣੀ ਦਾ ਧਿਆਨ ਵੀ ਰੱਖਣਾ ਹੈ ਕਿਉਂਕਿ ਜੋ ਇਸ ਦਾ ਬੇਸਿਕ ਹੈ ਉਹ ਮੁੱਲ ਸਾਰਣੀ ਦਾ ਧਿਆਨ ਵੀ ਰੱਖਣਾ ਹੈ। ਪਰੰਤੂ ਜੇ ਸੌਖੇ ਤਰੀਕੇ ਨਾਲ ਤੁਸੀਂ ਯਾਨੀ ਉਸ ਟਾਈਮ ਕਰਨਾ ਹੈ ਤਾਂ ਤੁਸੀਂ ਇਸ ਨੂੰ 0 ਦੇ ਹਿਸਾਬ ਨਾਲ ਵੀ ਕਰ ਸਕਦੇ ਹੋ, ਯਾਨੀ ਰਕਮਾਂ ਦੇ ਹਿਸਾਬ ਨਾਲ ਵੀ ਕਿੰਨੀਆਂ ਰਕਮਾਂ ਹਨ ਉਨੀਆਂ 0 ਤੁਸੀਂ ਲਗਾ ਸਕਦੇ ਹੋ। ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖਣਾ ਇਹ ਆਪਾਂ ਪਹਿਲਾਂ ਹੀ ਸਿੱਖ ਚੁੱਕੇ ਹਾਂ। 6 ਗੁਣਾ 1 6, ਜਿੰਨੀ ਰਕਮ ਹੈ 0 ਗੁਣਾ 10 0, ਜਿੰਨੀ ਰਕਮ ਹੈ ਉਸ ਨੂੰ ਉਨੀ ਇਕਾਈ ਨਾਲ ਗੁਣਾ ਕਰਨਾ। ਇਹਨੂੰ ਵਿਸਤ੍ਰਿਤ ਰੂਪ ਵਿੱਚ ਲਿਖਣਾ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ। ਸੋ ਇਹ ਤੁਸੀਂ ਸਵਾਲ ਆਪਣੇ ਆਪ ਕਰਨਾ। ਵਿਸਤ੍ਰਿਤ ਰੂਪ ਹੁੰਦਾ ਕਿਸੇ ਰੂਪ ਨੂੰ ਪੂਰਾ ਖੋਲ ਕੇ ਲਿਖਣਾ, ਯਾਨੀ ਕਿ ਸਾਰੀਆਂ ਇਕਾਈਆਂ ਨੂੰ ਗੁਣਾ ਕਰਕੇ ਲਿਖਣਾ। ਬੜੇ ਹੀ ਤਸਵੀਰ ਦੇ ਵਿੱਚ ਬੜਾ ਹੀ ਸਪਸ਼ਟ ਦੱਸਿਆ ਹੋਇਆ ਹੈ। ਜੋ ਤੁਹਾਡੀ ਕਿਤਾਬ ਦੇ ਵਿੱਚ ਤਸਵੀਰ ਹੈ ਇਸ ਵਿੱਚ ਬੜਾ ਹੀ ਸਪਸ਼ਟ ਦੱਸਿਆ ਹੋਇਆ ਹੈ ਕਿ ਕਿਸ ਤਰ੍ਹਾਂ ਤੁਸੀਂ ਕਿਸੇ ਵੀ ਰਕਮ ਨੂੰ ਵਿਸਤ੍ਰਿਤ ਰੂਪ ਦੇ ਵਿੱਚ ਲਿਖਣਾ। 27083 ਰੁਪਏ। ਵਿਸਤ੍ਰਿਤ ਰੂਪ ਕੀ ਹੋਏਗਾ 3 ਨੂੰ ਇਕਾਈ ਨਾਲ ਗੁਣਾ ਕਰਨਾ, 8 ਨੂੰ 10 ਯਾਨੀ ਕਿ ਦਹਾਈ ਨਾਲ ਗੁਣਾ ਕਰਨਾ, 0 ਨੂੰ 100 ਨਾਲ ਗੁਣਾ ਕਰਨਾ, 7 ਨੂੰ 1000 ਨਾਲ ਗੁਣਾ ਕਰਨਾ, ਤਾਂ ਇਹ ਇਸ ਦਾ ਵਿਸਤ੍ਰਿਤ ਰੂਪ ਆ ਜਾਵੇ। 20000 plus 7000 plus 80 plus 3, ਤਾਂ ਇਹ ਇਸ ਦਾ ਵਿਸਤ੍ਰਿਤ ਰੂਪ ਆ ਜਾਵੇ। ਇੱਕ ਚੀਜ਼ ਤੁਸੀਂ ਬੱਚਿਓ ਧਿਆਨ ਰੱਖਣੀ ਹੈ, ਜਿਸ ਤਰ੍ਹਾਂ ਆਪਾਂ ਪਹਿਲਾਂ ਸਿੱਖਿਆ ਸੀ ਵੀ ਕਿਸੇ ਵੀ ਰਕਮ ਨੂੰ ਵਿਸਤ੍ਰਿਤ ਰੂਪ ਵਿੱਚ ਲਿਖਦੇ ਸੀ ਤਾਂ ਅਖੀਰਲੀਆਂ 2 ਰਕਮਾਂ ਆਪਾਂ ਇਕੱਠੀਆਂ ਲਿਖ ਦਿੰਦੇ ਸੀ। ਪਰੰਤੂ ਜਦੋਂ ਸਵਾਲ ਵਿਸਤ੍ਰਿਤ ਰੂਪ ਦਾ ਹੀ ਆਵੇ ਕਿ ਇਸ ਰਕਮ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ,
ਤਾਂ ਆਪਾਂ ਨੇ ਚਾਹੇ 1000 ਵਾਲੇ ਇਕਾਈ ਹੈ ਚਾਹੇ ਇੱਕ ਸੈਂਕੜੇ ਵਾਲੀ ਹੈ, ਉਸਨੂੰ ਪੂਰਾ ਵਿਭਾਜਿਤ ਕਰਨਾ ਹੈ। ਪੂਰਾ ਵਿਭਾਜਿਤ ਕਿਵੇਂ ਕਰਨਾ ਹੈ? ਦੇਖੋ ਪਹਿਲਾਂ 2 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 4 ਤਾਂ 4 ਹੀ। 7 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 3 ਤਾਂ 3 ਜ਼ੀਰੋ। ਜ਼ੀਰੋ ਇਸ ਨੂੰ ਜ਼ੀਰੋ ਹੀ ਲਿਖਾਂਗੇ। ਕਿੰਨੀਆਂ ਜ਼ੀਰੋ ਹਨ ਉਸ ਨੂੰ ਤੁਸੀਂ ਲਿਖ ਸਕਦੇ ਹੋ, ਇੱਕ ਜ਼ੀਰੋ ਹੀ ਵੈਸੇ ਲਿਖਣ ਦੀ ਜ਼ਰੂਰਤ। 8 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 1 ਤਾਂ 8 ਦੇ ਨਾਲ 1 ਜ਼ੀਰੋ। 3 ਤੋਂ ਬਾਅਦ ਕੋਈ ਨਹੀਂ, ਤਾਂ ਇਸ ਨੂੰ ਵੀ ਲਿਖਣ ਦਾ ਜੋ ਤਰੀਕਾ ਹੋਇਆ 20000 ਪਲੱਸ 7000 ਪਲੱਸ 0 ਪਲੱਸ 80 ਪਲੱਸ 3। ਜਦੋਂ ਸਵਾਲ ਵਿਸਤ੍ਰਿਤ ਰੂਪ ਦਾ ਆਵੇ ਤਾਂ ਆਪਾਂ ਇਸ ਨੂੰ ਪੂਰਾ ਵਿਸਤ੍ਰਿਤ ਕਰਨਾ ਹੈ, ਪਰੰਤੂ ਜਦੋਂ ਆਪਾਂ ਇਸ ਨੂੰ ਪੜ੍ਹਨਾ ਹੈ ਤਾਂ ਆਪਾਂ 27083 ਰੁਪਏ ਪੜਾਂਗੇ। ਵਿਸਤ੍ਰਿਤ ਰੂਪ ਦੇ ਸਵਾਲ ਵਿੱਚ ਇਸ ਨੂੰ ਪੂਰਾ ਵਿਸਤ੍ਰਿਤ ਕਰਨਾ ਜ਼ਰੂਰੀ ਹੈ, ਕਿਉਂਕਿ ਸਵਾਲ ਦੇ ਵਿੱਚ ਉਸ ਨੂੰ ਵਿਸਤ੍ਰਿਤ ਕਰਨ ਬਾਰੇ ਪੁੱਛਿਆ ਗਿਆ। ਬੱਚਿਓ ਅੱਗੇ ਚੱਲਦੇ ਹਾਂ, ਅੱਗੇ ਵੀ ਵਿਸਤ੍ਰਿਤ ਦੇ ਸਵਾਲ ਹਨ। ਹੁਣ ਵਿਸਤ੍ਰਿਤ ਤੋਂ ਸੰਖਿਆ ਬਣਾਉਣੀ ਬੜਾ ਹੀ ਸੌਖਾ ਸਵਾਲ ਹੈ। ਜਿਸ ਤਰ੍ਹਾਂ ਆਪਾਂ ਸੰਖਿਆ ਤੋਂ ਵਿਸਤ੍ਰਿਤ ਰੂਪ ਲਿਖਿਆ, ਇਸੇ ਤਰ੍ਹਾਂ ਹੀ ਵਿਸਤ੍ਰਿਤ ਤੋਂ ਸੰਖਿਆ ਵੀ ਬਣਾਉਣਾ ਬਹੁਤ ਹੀ ਆਸਾਨ ਹੋ ਜਾਂਦਾ ਹੈ। ਇੱਕ ਸਵਾਲ ਆਪਾਂ ਹੱਲ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ, ਫਿਰ ਅਗਲੇ ਸਵਾਲ ਤੁਸੀਂ ਆਪ ਕਰਨੇ ਹਨ। ਜਿਸ ਤਰ੍ਹਾਂ ਦੂਸਰਾ ਸਵਾਲ ਹੈ 80000। ਪਹਿਲਾਂ ਕੀ ਲਿਖਿਆ ਹੋਇਆ ਹੈ? 80000। ਉਸ ਦੇ ਨੀਚੇ ਆਏਗਾ 7000, फिर 800, सॉरी आप गलत सवाल करने लगे। 80,000 तो बाद है 6,000, फिर 60, फिर 8। सारे जोड़ के कितना बने? 8 6 0 6 तक कितना बने? 86,008। इसी तरह ही ये बड़े ही आसान थोड़े सवाल। ਲਕੀਰੇ ਅੰਕ ਦਾ ਸਥਾਨਿਕ ਮੁੱਲ, ਇਸ ਦਾ ਸਥਾਨਿਕ ਮੁੱਲ ਆਪਾਂ ਨੇ ਹੁਣੇ ਪਿੱਛੇ ਪੜਿਆ ਹੈ। ਸਥਾਨਿਕ ਮੁੱਲ ਪਤਾ ਕਰਨ ਦਾ ਤਰੀਕਾ, ਸਥਾਨਿਕ ਮੁੱਲ ਕੀ ਹੈ? ਜਿੰਨੀਆਂ ਰਕਮਾਂ ਅੱਗੇ ਹਨ ਉਸ ਰਕਮ ਨਾਲ ਗੁਣਾ ਜਾਂ ਇਸ ਨੂੰ ਮੁੱਲ ਸਾਰਣੀ ਦੇ ਹਿਸਾਬ ਨਾਲ ਕਰਨਾ। ਹੁਣ ਆਪਾਂ ਨੂੰ ਪਤਾ ਹੈ 2 ਤੋਂ ਬਾਅਦ ਕਿੰਨੀਆਂ ਰਕਮਾਂ ਹਨ? 1, ਤਾਂ ਇਸ ਦਾ ਸਥਾਨਿਕ ਮੁੱਲ ਕੀ ਹੋ ਜਾਵੇਗਾ? 2 ਗੁਣਾ 10, ਯਾਨੀ ਕਿ ਦਹਾਈ ਤੇ ਹੈ ਤਾਂ 2 ਨੂੰ 10 ਨਾਲ ਗੁਣਾ ਕਰ ਦਾਂਗੇ। ਇਕਾਈ, ਦਹਾਈ, ਸੈਂਕੜਾ। ਹੁਣ ਮੈਂ ਤੁਹਾਨੂੰ ਇਹ ਸਵਾਲ ਥੋੜਾ ਦੱਸ ਦਿੰਦਾ ਹਾਂ। 54,588 रुपए। ਤਾਂ 4 देखो ਕਿਹੜੀ पोजीशन ਤੇ ਹੈ? ਇਕਾਈ, ਦਹਾਈ, ਸੈਂਕੜਾ, ਹਜ਼ਾਰ। ਤਾਂ ਕਿੰਨੀਆਂ ਰਕਮਾਂ ਹਨ ਅੱਗੇ? 4। ਤਾਂ 4 ਨੂੰ ਕਿਸ ਨਾਲ ਗੁਣਾ ਕਰਾਂਗੇ? 4 ਨੂੰ ਗੁਣਾ ਕਰਾਂਗੇ ਆਪਾਂ 1000। ਇਹ ਬਣ ਜਾਵੇਗਾ 4। ਕਿੰਨਾ ਬਣ ਜਾਵੇਗਾ? 4। ਬੜਾ ਹੀ ਆਸਾਨ ਇਹ ਸਵਾਲ ਤੁਹਾਡਾ ਹੈ। ਜਿੰਨੀਆਂ ਰਕਮਾਂ ਅੱਗੇ ਹਨ ਉਨੀਆਂ ਜ਼ੀਰੋ ਲਗਾ ਦੇਣੀਆਂ ਹਨ, ਜਾਂ ਇਕਾਈ, ਦਹਾਈ, ਸੈਂਕੜਾ ਮੁੱਲ ਸਾਰਣੀ ਦੇ ਹਿਸਾਬ ਨਾਲ ਤੁਸੀਂ ਉਸ ਨੂੰ ਉਨੀ ਰਕਮ ਨਾਲ ਗੁਣਾ ਕਰੋ। ਪਰ ਪੇਪਰ ਦੇ ਵਿੱਚ ਤੁਸੀਂ ਗੁਣਾ ਕਰਕੇ ਦਿਖਾਉਣਾ ਹੈ, ਕਿਉਂਕਿ ਇਸ ਦੇ ਨੰਬਰ ਮਿਲਣਗੇ, ਤਾਂ ਤੁਸੀਂ ਮੁੱਲ ਸਾਰਣੀ ਦੇ ਹਿਸਾਬ ਨਾਲ ਹੀ ਕਰ ਸਕਦੇ। ਚੈੱਕ ਤੁਸੀਂ ਜ਼ੀਰੋਆਂ ਲਗਾ ਕੇ ਕਰ ਸਕਦੇ। ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ। ਅੰਕਿਤ ਮੁੱਲ ਤੁਹਾਨੂੰ ਪਤਾ ਹੈ ਚੇਂਜ ਨਹੀਂ ਹੁੰਦਾ। अंकित मूल्य जो रकम लिखी हुई है वही उसका अंकित मूल्य। 8 है, 8 का अंकित मूल्य वही है। 9 है, 9 का अंकित मूल्य वही है। 9 का अंकित मूल्य वही है। इसी तरह ही 7 का अंकित मूल्य वही है। हेठ लिखियां संख्यावां नूं विस्तृत रूप विच लिखो। विस्तृत रूप भी मैं तुहानूं हुणे दस चुकी हां। विस्तृत रूप भी तुसीं उसी तरह ही लिखना। सारे सवाल आप एक बारी कर चुके हैं। इस तो बाद 1.2 अभ्यास जो है ये अपने कर दिता है। तो 14 पेज तक तुहाडी जो किताब है इससे सारे जो हैं ये जो प्रश्न हो चुके हैं। किसी भी प्रश्न का जे किसी बच्चे ने कुछ ना समझ आया होवे तो वो बच्चा मेरे तो कमेंट्स ਦੇ ਵਿੱਚ ਪੁੱਛ ਸਕਦਾ ਹੈ, ਜਾਂ ਮੇਰਾ ਨੰਬਰ ਮੈਂ ਤੁਹਾਨੂੰ ਦੇ ਦਵਾਂਗਾ, ਤੁਸੀਂ ਮੇਰੇ ਨੰਬਰ ਤੇ ਮੇਰੇ ਤੋਂ ਪੁੱਛ ਸਕਦੇ ਹੋ।
ਸੋ ਬੱਚਿਓ, ਇਹਨਾਂ ਸਵਾਲਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹਨ, ਇਹ ਸਿੱਖਣੀਆਂ ਬਹੁਤ ਜ਼ਰੂਰੀ। ਆਪਾਂ ਜ਼ਿਆਦਾ ਸਮਾਂ ਲਾਉਣ ਦਾ ਮਤਲਬ ਇਹੀ ਹੈ ਵੀ ਬਾਰੀਕੀ ਨਾਲ ਹਰੇਕ ਗੱਲ ਨੂੰ ਸਮਝਿਆ ਜਾ ਸਕੇ। ਕਈ ਸਵਾਲਾਂ ਦੇ ਵਿੱਚ ਛੋਟੀ-ਛੋਟੀ ਗਲਤੀ ਦੇ ਕਾਰਨ ਪੂਰਾ ਸਵਾਲ ਗਲਤ ਹੋ ਜਾਂਦਾ ਹੈ। ਵਿਸਤ੍ਰਿਤ ਰੂਪ, ਅਗੇਤਰ, ਪਿਛੇਤਰ, ਸੋ ਇਸ ਤਰ੍ਹਾਂ ਦੇ ਬਹੁਤ ਸਵਾਲ ਹਨ ਜੋ ਸਾਡੇ ਤੋਂ ਪੇਪਰ ਦੇ ਵਿੱਚ ਕਈ ਵਾਰ ਗਲਤ ਹੋ ਜਾਂਦੇ ਹਨ। ਸੋ ਧੰਨਵਾਦ, ਥੈਂਕ ਯੂ। ਤੇ ਅਗਲੀ ਆਪਾਂ ਜੋ ਅਭਿਆਸ ਹੈ ਉਸਦੇ ਦੁਆਰਾ ਅਗਲੇ ਜੋ ਵੀਡੀਓ ਵਿੱਚ ਪੜ੍ਹਾਂਗੇ। ਤੁਸੀਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਇਹ ਵੀਡੀਓ ਬਰਾਸ ਫਾਊਂਡੇਸ਼ਨ ਵੱਲੋਂ ਬਣਾਈ ਗਈ ਹੈ। ਗੋਬਿੰਦਗੜ੍ਹ ਖੋਖਰ ਦੇ ਵਿੱਚ ਹੈੱਡ ਆਫਿਸ ਹੈ, ਉੱਥੋਂ ਇਹ ਸਾਰਾ ਜੋ ਵੀਡੀਓ ਸਾਡੀ ਇਹ